ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਕਬਰ ਅਤਿ ਪ੍ਰਸੰਨ ਹੋਏ ਗਇਓ, ਸਭਨ ਸੁਨਾਏ ਬਿਖਿਆਨਤ ਭਇਓ। ਪਰਮੇਸ਼ਰ ਦਰਵੇਸ਼ ਜੇ ਦੋਊ, ਨਹੀਂ ਭੇਦ ਏਕੋ ਹੈ ਸੋਊ। ਅਕਬਰ ਅਤਿ ਪ੍ਰਸੰਨ ਹੋਏ ਗਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਪੁਰੀ ਦੀ ਰਚਨਾ ਜੋ ਕੀਤੀ ਹੈ, ਇਸ ਪਾਵਨ ਗੋਇੰਦਵਾਲ ਸਾਹਿਬ ਜੀ ਦੀ ਪੁਰੀ ਨੂੰ ਬੈਕੁੰਠ ਦਾ ਦਰਜਾ ਦਿੱਤਾ ਗਿਆ ਹੈ। ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਨ ਤੀਰ ਵਿਪਾਸ ਬਣਾਇਓ। ਜਲਨ ਭੱਟ ਜੀ ਨੇ ਇਹ ਬਚਨ ਕੀਤੇ ਨੇ ਕਿ ਬਿਆਸਾ ਨਦੀ ਦੇ ਕਿਨਾਰੇ ਤੇ ਰੱਬ ਦੀ ਪੁਰੀ ਵਰਗੀ ਪੁਰੀ ਜਿਹੜੀ ਹੈ, ਮੇਰੇ ਸਤਿਗੁਰਾਂ ਨੇ ਵਸਾਈ ਹੈ। ਹਜੂਰ ਪਾਤਸ਼ਾਹ ਗੁਰਤਾ ਗੱਦੀ ਤੇ ਪਦ ਤੇ ਸੋਭਨੇ ਕੋਹ ਕਰਕੇ ਬਖਸ਼ਿਸ਼ਾਂ ਕਰ ਰਹੇ ਹਨ, ਪਰ ਉਪਕਾਰ ਬਖਸ਼ਿਸ਼ਾਂ ਹੋ ਰਹੀਆਂ ਨੇ। ਹੁਣ ਸਤਿਗੁਰਾਂ ਦੇ ਐਡੇ ਵੱਡੇ ਤੇਜ ਪ੍ਰਤਾਪ ਨੂੰ ਤੱਕ ਕੇ ਜਦੋਂ ਗੁਰੂ ਚਰਨਾਂ ਵਿੱਚ ਭਾਰੀ ਸੰਗਤਾਂ ਜੁੜਦੀਆਂ, ਭਾਈ ਪਾਰੋ ਜੀ ਨੇ ਬੇਨਤੀ ਕੀਤੀ ਆ ਕਿ ਸਤਿਗੁਰੂ ਪਾਤਸ਼ਾਹ ਆਪ ਜੀ ਦੇ ਦਰਸ਼ਨ ਕਰਕੇ ਸਿੱਖ ਸੰਗਤਾਂ ਦੇਸ਼ ਵਿਦੇਸ਼ ਤੋਂ ਆਉਂਦੀਆਂ ਨੇ, ਦਰਸ਼ਨ ਕਰਕੇ ਆਨੰਦ ਮਾਣ ਕੇ ਤੁਰ ਜਾਂਦੀਆਂ ਹਨ, ਪਰ ਸਾਨੂੰ ਗੁਰਸਿੱਖਾਂ ਨੂੰ ਗੁਰਸਿੱਖਾਂ ਦਾ ਮਿਲਾਪ ਨਹੀਂ ਹੁੰਦਾ। ਇਹੋ ਜਿਹਾ ਯਤਨ ਕਰੋ ਤਾਂ ਕਿ ਆਪ ਦੇ ਚਰਨਾਂ ਵਿੱਚ ਇੱਕ ਸਮੇਂ ਤੇ ਸੰਗਤਾਂ ਇਕੱਠੀਆਂ ਹੋਣ, ਆਪੋ ਵਿੱਚ ਸਿੱਖ ਸੰਗਤਾਂ ਦਾ ਮੇਲ ਮਿਲਾਪ ਹੋਵੇ ਤੇ ਪਿਆਰ ਵਧੇ। ਸਾਹਿਬ ਅਮਰਦਾਸ ਮਹਾਰਾਜ ਨੇ ਜ਼ਿਕਰ ਕੀਤਾ, ਸਾਡੇ ਮਨ ਵਿੱਚ ਵੀ ਇਹੀ ਭਾਵਨਾ ਸੀ।
ਤਾਂ ਹਜੂਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜੋ ਪਵਿੱਤਰ ਬੌਲੀ ਸਾਹਿਬ ਦਾ ਤੀਰਥ ਮਾਹਰ ਨੇ ਰਚਿਆ ਹੈ, ਇਸ ਦੇ ਮਹੂਰਤ ਵਾਸਤੇ ਹਜੂਰ ਜੀ ਨੇ ਹੁਕਮਨਾਮੇ ਭੇਜ ਦਿੱਤੇ ਨੇ ਸੰਗਤਾਂ ਨੂੰ ਕਿ ਭਾਈ ਬਸੋਏ ਦੇ ਦਿਨ ਤੇ ਤੋਂ ਮਹੂਰਤ ਹੋਣਾ, ਸਭ ਸੰਗਤਾਂ ਇਕੱਤਰ ਹੋਣ। ਇਸ ਤਰ੍ਹਾਂ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਇਹ ਪਵਿੱਤਰ ਜੋੜ ਮੇਲਾ ਲੱਗਣਾ ਸ਼ੁਰੂ ਹੋਇਆ। ਜਦੋਂ ਭਾਰੀ ਸੰਗਤਾਂ ਦਾ ਇਕੱਠ ਜੁੜਿਆ ਤੇ ਸਿੱਖ ਸੰਗਤਾਂ ਗੁਰੂ ਗੁਰੂ ਜਪਦੀਆਂ ਨੇ, ਇਸ ਭਾਰੀ ਪ੍ਰਤਾਪ ਨੂੰ ਤੱਕ ਕਰਕੇ, ਜਿਸ ਤਰ੍ਹਾਂ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੁਪੁੱਤਰ ਭਾਈ ਦਾਤੂ ਜੀ ਨੇ ਇਸ ਮਹਾਰਾਜ ਦੇ ਪ੍ਰਤਾਪ ਨੂੰ ਨਾ ਸਹਾਰਦਿਆਂ ਹੋਇਆਂ ਆਣ ਕੇ ਗੁਰੂ ਸਾਹਿਬ ਦੇ ਲੱਤ ਮਾਰ ਦਿੱਤੀ ਸੀ। ਪਰ ਜਿਸ ਵੇਲੇ ਗੁਰਗੱਦੀ ਤੇ ਵੀ ਬੈਠ ਕਰਕੇ ਰੀਸ ਕਰਕੇ ਤੱਕਿਆ, ਜਦੋਂ ਕਿਸੇ ਸਿੱਖ ਨੇ ਮੱਥਾ ਨਹੀਂ ਟੇਕਿਆ ਤੇ ਸ਼ਰਮਿੰਦਾ ਹੋ ਕਰਕੇ ਮੁੜ ਗਿਆ ਸੀ। ਹੁਣ ਜਿਹੜੇ ਇਲਾਕੇ ਦੇ ਵਿੱਚ ਬ੍ਰਾਹਮਣ ਲੋਕ ਨੇ, ਖੱਤਰੀ ਲੋਕ ਨੇ, ਸੋ ਪੁਰੀਆਂ ਦੇ ਪਿੰਡਾਂ ਦੇ ਮੁਖੀ ਲੋਕ ਹਨ, ਉਹਨਾਂ ਲੋਕਾਂ ਨੇ ਆਪਣਾ ਇਕੱਠੇ ਹੋ ਕਰਕੇ ਸਲਾਹ ਮਸ਼ਵਰਾ ਕੀਤਾ ਹੈ ਕਿ ਸਤਿਗੁਰੂ ਮਹਾਰਾਜ ਦੇ ਸੰਗਤਾਂ ਵਿੱਚ ਇਤਨੀ ਦੁਨੀਆ ਜੁੜਨੀ ਸ਼ੁਰੂ ਹੋ ਗਈ ਹੈ, ਸਾਡੀ ਬ੍ਰਾਹਮਣਾਂ ਪ੍ਰੋਤਾਂ ਦੀ ਪੂਜਾ ਘਟ ਗਈ ਹੈ। ਹਿੰਦੂ ਧਰਮ ਮਹਾਰਾਜ ਮੰਨਦੇ ਨਹੀਂ, ਬਹਾਨਾ ਬਣਾਇਆ ਕਿ ਮਹਾਰਾਜ ਵੇਦਾਂ ਸ਼ਾਸਤਰਾਂ ਨੂੰ, ਸਾਡੇ ਗਾਇਤਰੀ ਮੰਤਰ ਨੂੰ ਜਪਦੇ ਜਪਾਉਂਦੇ ਨਹੀਂ ਹਨ, ਆਪਣੀ ਬਾਣੀ ਉਚਾਰਨ ਕੀਤੀ ਹੈ, ਵੱਖਰਾ ਧਰਮ ਮਹਾਰਾਜ ਨੇ ਪ੍ਰਚਲਿਤ ਕੀਤਾ ਹੋਇਆ ਹੈ। ਇਸ ਵਾਸਤੇ ਕਹਿੰਦੇ ਹੁਣੇ ਹੀ ਜੇ ਕੋਈ ਅਸੀਂ ਪ੍ਰਬੰਧ ਕਰ ਲਈਏ ਤੇ ਠੀਕ ਹੈ, ਨਹੀਂ ਤੇ ਫਿਰ ਸਾਂਭਣਾ ਔਖਾ ਹੋ ਜਾ। ਇਉਂ ਗੁਰੂ ਘਰ ਦੇ ਨਾਲ ਈਰਖਾ ਕਰਕੇ ਇਹਨਾਂ ਖੱਤਰੀ ਬ੍ਰਾਹਮਣ ਲੋਕਾਂ ਨੇ ਬਹੁਤ ਇਲਾਕੇ ਦੇ ਮੁਖੀ ਲੋਕ ਜਿਹੜੇ ਚੌਧਰੀ ਸਨ ਇਕੱਠੇ ਹੋਏ। ਉਹਨਾਂ ਨੇ ਜਾ ਕਰਕੇ ਲਾਹੌਰ ਦਰਬਾਰ ਵਿੱਚ ਬਾਦਸ਼ਾਹ ਅਕਬਰ ਦੇ ਪਾਸ ਗੁਰੂ ਘਰ ਤੇ ਸ਼ਿਕਾਇਤ ਮੁਕੱਦਮਾ ਦਰਜ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਖੋ ਜੀ ਕਿ ਖੱਤਰੀ ਜਾਤ ਦੇ ਹਨ ਮਹਾਰਾਜ ਅਮਰਦਾਸ ਸਤਿਗੁਰੂ ਜੀ, ਔਰ ਨਾ ਗਾਇਤਰੀ ਮੰਤਰ ਜਾਣਦੇ ਹੈ ਤੇ ਨਾ ਵੇਦਾਂ ਸ਼ਾਸਤਰਾਂ ਦੀ ਮਰਜ਼ਾਦਾ ਨੂੰ ਮਹਾਰਾਜ ਜਾਣਦੇ ਹਨ। ਇਹਨਾਂ ਤਾਂ ਚਾਰ ਵਰਣਾਂ ਦਾ ਭੇਦ ਹੀ ਮਿਟਾ ਦਿੱਤਾ ਹੈ। ਸੋ ਬ੍ਰਾਹਮਣ ਸ਼ੂਦਰ ਸਭ ਇੱਕੋ ਹੀ ਪੰਗਤਾਂ 'ਚ ਬਿਠਾ ਦਿੱਤੇ ਨੇ, ਆਪਣੀ ਚਰਨ ਪਹੁਲ ਅੰਮ੍ਰਿਤ ਛਕਾਉਂਦੇ ਨੇ ਤੇ ਸਿੱਖੀ ਦਾਨ ਬਖਸ਼ੀ ਜਾਂਦੇ ਹਨ। ਇਹਨਾਂ ਤੇ ਭਰਮ ਭੇਦ ਮਿਟਾਇਆ ਹੋਇਆ ਜਾਤੀ ਪਾਤੀ ਦਾ। ਤੇ ਸਾਡੇ ਤਾਂ ਕਹਿੰਦੇ ਨੇ ਇਸ ਪ੍ਰਕਾਰ ਵੇਦ ਸ਼ਾਸਤਰਾਂ ਦਾ ਹੁਕਮ ਹੈ, ਵਰਣ ਆਸ਼ਰਮ ਦਾ ਧਰਮ ਪਾਲਣਾ ਹੈ। ਇੱਦਾਂ ਦੇ ਜਦੋਂ ਜਾ ਕਰਕੇ ਸ਼ਿਕਾਇਤ ਕੀਤੀ ਹੈ ਤੇ ਅਕਬਰ ਨੇ ਕਿਹਾ ਕਿ ਭਾਈ ਠੀਕ ਹੈ, ਗੁਰੂ ਸਾਹਿਬ ਨੂੰ ਬੇਨਤੀ ਕਰਾਂਗੇ ਤੇ ਫਿਰ ਦੋਨਾਂ ਪੱਖਾਂ ਦੀ ਗੱਲ ਸੁਣ ਕਰਕੇ ਕੋਈ ਫੈਸਲਾ ਕਰਾਂਗੇ। ਸੋ ਬਾਦਸ਼ਾਹ ਅਕਬਰ ਨੇ ਸਤਿਗੁਰੂ ਦੇ ਚਰਨਾਂ ਵਿੱਚ ਇੱਕ ਪਰਵਾਨਾ ਲਿਖ ਕਰਕੇ ਭੇਜਿਆ ਹੈ ਕਿ ਮਹਾਰਾਜ ਇਹ ਬ੍ਰਾਹਮਣ ਖੱਤਰੀ ਲੋਕ ਆਣ ਕਰਕੇ ਸੋ ਇੱਥੇ ਸਾਡੇ ਪਾਸ ਫਰਿਆਦ ਕੀਤੀ ਹੈ, ਆਪ ਜੀ ਕਿਰਪਾ ਕਰੋ ਕਿ ਇਹਨਾਂ ਨੂੰ ਇਸ ਪ੍ਰਕਾਰ ਕਿਸੇ ਦਾ ਨਿਰੁੱਤਰ ਕਰੋ ਅਤੇ ਇਹਨਾਂ ਨੂੰ ਆਣ ਕਰਕੇ ਇਹਨਾਂ ਦੇ ਸਵਾਲਾਂ ਦੇ ਜਵਾਬ ਦੇ ਕਰਕੇ ਮਹਾਰਾਜ ਤੁਸੀਂ ਤਸੱਲੀ ਕਰੋ ਇਹਨਾਂ ਦੀ। ਸਤਿਗੁਰੂ ਪਾਤਸ਼ਾਹ ਜੀ ਨੇ ਵਿਚਾਰ ਕੀਤਾ ਕਿ ਕਿਸੇ ਗੁਰਸਿੱਖ ਨੂੰ ਭੇਜਿਆ ਜਾਏ ਜੋ ਲਾਇਕ ਤੇ ਯੋਗ ਹੋਵੇ। ਰਾਮਦਾਸ ਜੀ ਨੂੰ ਇਸ ਯੋਗ ਸਮਝ ਕੇ ਮਹਾਰਾਜ ਨੇ ਯੋਗ ਕਰਕੇ ਬਖਸ਼ਿਸ਼ ਕੀਤੀ, ਕੋਲ ਬਿਠਾ ਕਰਕੇ ਪ੍ਰੇਮ ਦੇ ਸਹਿਤ ਪ੍ਰੇਰਨਾ ਕੀਤੀ ਹੈ ਕਿ ਪੁੱਤਰ ਜੀ ਤੁਸੀਂ ਜਾਣਾ ਹੈ ਅਕਬਰ ਦੀ ਕਚਹਿਰੀ 'ਚ, ਉੱਥੇ ਜਾ ਕਰਕੇ ਜੋ ਜੋ ਵੀ ਉਹਨਾਂ ਦੇ ਸ਼ੰਕੇ ਹਨ ਉਹ ਨਿਵਰਤ ਕਰਕੇ ਤੁਸੀਂ ਜਿੱਤ ਪ੍ਰਾਪਤ ਕਰਨੀ ਹੈ। ਹੱਥ ਜੋੜ ਕੇ ਖੜੇ ਹੋ ਕੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਜੀ ਮੈਂ ਤਾਂ ਵੇਦ ਸ਼ਾਸਤਰ ਪੜ੍ਹਿਆ ਨਹੀਂ, ਉਹ ਲੋਕ ਤਾਂ ਸੋ ਬਹੁਤ ਚਤਰ ਨੇ, ਚਲਾਕੀਆਂ ਦੇ ਨਾਲ ਗੱਲਾਂ ਕਰਨ ਵਾਲੇ, ਤੇ ਮਹਾਰਾਜ ਮੈਂ ਵਿਦਿਆ ਤੇ ਪੜ੍ਹਿਆ ਨਹੀਂ ਮਹਾਰਾਜ, ਤੇ ਕੀ ਹੁਕਮ ਹੈ? ਹਜੂਰ ਕਹਿੰਦੇ ਤੁਹਾਨੂੰ ਘਬਰਾਉਣ ਦੀ ਡਰਨ ਦੀ ਲੋੜ ਨਹੀਂ ਹੈ। ਜਦੋਂ ਤੁਸੀਂ ਕਚਹਿਰੀ ਵਿੱਚ ਖੜੇ ਹੋਵੋਗੇ ਸੱਜੀ ਬਾਂਹ ਵੱਲ ਤੁਸੀਂ ਦੇਖਣਾ ਹੈ ਤੇ ਸਾਰੀਆਂ ਵਿਦਿਆ ਤੁਹਾਨੂੰ ਸਫੁਰਨ ਹੋਣਗੀਆਂ ਤੇ ਤੁਹਾਡਾ ਮੁਕਾਬਲਾ ਕੋਈ ਕਰ ਨਹੀਂ ਸਕੂਗਾ। ਜੋ ਚਾਹੋਗੇ ਵਿਦਿਆ ਤੁਸੀਂ ਵਰਤਣੀ, ਜੋ ਸ਼ੰਕਾ ਕਰੇ ਉਸ ਨੂੰ ਨਿਰੁੱਤਰ ਕਰਨਾ। ਇਹ ਮਹਾਰਾਜ ਨੇ ਬਖਸ਼ਿਸ਼ ਕਰਕੇ ਕਿਹਾ ਤੁਸੀਂ ਹੁਣ ਛੇਤੀ ਨਾਲ ਚਲੇ ਜਾਓ। ਸੋ ਰਾਮਦਾਸ ਜੀ ਗਏ ਨੇ, ਪਹਿਲੇ ਆਪਣੇ ਚੂਨਾ ਮੰਡੀ ਲਾਹੌਰ ਆਪਣੇ ਘਰ ਅਸਥਾਨ ਤੇ ਜਾ ਕਰਕੇ ਰਾਤ ਵਿਸ਼ਰਾਮ ਕੀਤਾ, ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਕੀਤਾ, ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਤੋਂ ਕਚਹਿਰੀ ਵਿੱਚ ਜਾ ਕੇ ਪੇਸ਼ ਹੋਏ ਨੇ। ਅਕਬਰ ਬਾਦਸ਼ਾਹ ਨੇ ਇਹਨਾਂ ਲੋਕਾਂ ਨੂੰ ਵੀ ਸੁਨੇਹਾ ਭੇਜ ਕਰਕੇ ਇਹਨਾਂ ਨੂੰ ਵੀ ਹਾਜ਼ਰ ਕਰ ਲਿਆ ਤੇ ਫਿਰ ਇਹਨਾਂ ਨੂੰ ਕਿਹਾ ਕਿ ਦੱਸੋ ਭਾਈ ਹੁਣ ਤੁਹਾਡੀ ਕੀ ਸ਼ਿਕਾਇਤ ਹੈ?
ਇਹਨਾਂ ਨੇ ਕਿਹਾ ਦੇਖੋ ਜੀ, ਸੋ ਖੱਤਰੀਆਂ ਦੇ ਘਰ ਦਾ ਜਨਮ ਹੈ ਇਹਨਾਂ ਦਾ, ਤੇ ਇਹ ਨਾ ਤਾਂ ਗਾਇਤਰੀ ਮੰਤਰ ਪੜ੍ਹਦੇ ਜਾਣਦੇ ਨਹੀਂ ਹਨ, ਤੇ ਵੱਖਰੀ ਬਾਣੀ ਰਚਦੇ ਹਨ, ਤੇ ਇਸ ਪ੍ਰਕਾਰ ਸੋ ਸਾਡੇ ਹਿੰਦੂ ਧਰਮ ਵਿੱਚੋਂ ਹਨ, ਤੇ ਇਹਨਾਂ ਨੂੰ ਧਰਮ ਦਾ ਗਿਆਨ ਨਹੀਂ। ਇਸ ਵਾਸਤੇ ਜੀ ਸਾਡੀ ਸ਼ਿਕਾਇਤ ਇਹ ਹੈ। ਤਾਂ ਫਿਰ ਜਿਸ ਵੇਲੇ ਅਕਬਰ ਬਾਦਸ਼ਾਹ ਨੇ ਰਾਮਦਾਸ ਮਹਾਰਾਜ ਵੱਲ ਜਦੋਂ ਧਿਆਨ ਕੀਤਾ, ਤਾਂ ਸੱਜੇ ਪਾਸੇ ਜਦੋਂ ਤੱਕਿਆ ਤੇ ਮਹਾਨ ਵਿਦਿਆ ਇਸ ਤਰ੍ਹਾਂ ਹਾਜ਼ਰ ਹੋ ਗਈਆਂ ਜਿਸ ਤਰ੍ਹਾਂ ਬਹੁਤ ਦੇਰ ਦੀਆਂ ਪੜ੍ਹੀਆਂ ਹੋਣ, ਯਾਦ ਹੋਣ। ਇਸ ਤਰੀਕੇ ਦੇ ਨਾਲ ਸੋ ਰਾਮਦਾਸ ਮਹਾਰਾਜ ਨੇ ਅਕਬਰ ਬਾਦਸ਼ਾਹ ਨੂੰ ਕਿਹਾ ਕਿ ਬਾਦਸ਼ਾਹ ਸਲਾਮਤ, ਗੱਲ ਦੇਖੋ ਇਹ ਹੈ, ਇਹਨਾਂ ਨੇ ਹੁਣ ਸ਼ੰਕਾ ਕੀਤੀ ਹੈ ਗਾਇਤਰੀ ਮੰਤਰ ਬਾਰੇ, ਤੇ ਹੁਣ ਮੈਨੂੰ ਸੁਣਾਉਣਾ ਪੈਣਾ ਸਾਰੀ ਸਭਾ ਦੇ ਵਿੱਚ। ਪਰ ਇਹਨਾਂ ਦਾ ਅਸੂਲ ਇਹ ਹੈ ਵੀ ਗਾਇਤਰੀ ਮੰਤਰ ਨੂੰ ਗੁਪਤ ਜਪਣਾ ਚਾਹੀਦਾ ਹੈ, ਦੁਨੀਆ ਦੇ ਵਿੱਚ ਪ੍ਰਗਟ ਨਹੀਂ ਕਰਨਾ ਚਾਹੀਦਾ। ਹੁਣ ਮੈਂ ਆਪਣਾ ਗਾਇਤਰੀ ਮੰਤਰ ਜਿਹੜਾ ਹੈ ਅਰਥਾਂ ਦੇ ਸਮੇਤ ਸੁਣਾਵਾਂਗਾ, ਪਰ ਇਹਦਾ ਹੁਣ ਜਿਹੜਾ ਪਾਪ ਹੈ ਨਾ, ਉਹ ਇਹਨਾਂ ਦੇ ਸਿਰ ਹੋਏਗਾ, ਕਿਉਂਕਿ ਮਜਬੂਰ ਕਰਦੇ ਹਨ ਸਾਨੂੰ ਸੋ ਤੇਰੀ ਕਚਹਿਰੀ ਦੇ ਵਿੱਚ ਬੋਲਣ ਵਾਸਤੇ। ਬਾਦਸ਼ਾਹ ਨੇ ਕਿਹਾ ਠੀਕ ਹੈ। ਤਾਂ ਗਾਇਤਰੀ ਮੰਤਰ ਪੜ੍ਹ ਕੇ ਸੁਣਾਇਆ ਤੇ ਨਾਲ ਅਰਥ ਵੀ ਸੁਣਾਏ ਇਹਨਾਂ ਦੇ। ਉਸ ਤੋਂ ਬਾਅਦ ਦੂਸਰੀ ਸ਼ੰਕਾ ਸੀ ਕਿ ਮਹਾਰਾਜ ਇਹਨਾਂ ਨੇ ਬਾਣੀ ਵੱਖਰੀ ਉਚਾਰੀ ਹੈ, ਵੇਦ ਸ਼ਾਸਤਰ ਨਹੀਂ ਪੜ੍ਹਦੇ। ਫਿਰ ਜਦੋਂ ਓੰਕਾਰ ਦਾ ਉਚਾਰਨ ਕੀਤਾ ਹੈ, ਜੋ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇ ਘਰ ਦਾ ਮੰਤਰ ਹੈ, ਜੋ ਬਾਣੀ ਦੀ ਸ਼ੰਕਾ ਸੀ ਕਿ ਬਾਣੀ ਰਚੀ ਹੈ, ਸੋ ਜਿਸ ਵੇਲੇ ਇੱਕ ਓੰਕਾਰ ਦਾ ਉਚਾਰਨ ਕੀਤਾ ਹੈ, ਐਸੀ ਸ਼ਕਤੀ ਵਰਤਾਈ ਹੈ ਮੇਰੇ ਸਤਿਗੁਰਾਂ ਦੀ ਕਿ ਸਾਰਿਆਂ ਦੀ ਸਮਾਧੀ ਲੱਗ ਗਈ ਹੈ, ਮਨ ਸਾਰਿਆਂ ਦੇ ਸਥਿਰ ਹੋ ਗਏ ਨੇ। ਉਸ ਵੇਲੇ ਪੌਣ ਰੁਕ ਗਈ ਹੈ, ਪੱਥਰ ਮੋਮ ਬਣ ਗਏ ਨੇ, ਸਾਰੀ ਸਭਾ ਜਣੀ ਹੈ ਇਸ ਤਰੀਕੇ ਦੇ ਨਾਲ ਸੁੰਨ-ਮਨ ਹੋ ਗਈ ਹੈ, ਸਮਾਧੀ ਇਸਤਤ ਹੋ ਗਈ। ਜਦੋਂ ਇਉਂ ਸਤਿਗੁਰੂ ਜੀ ਦੀ ਮੂਲ ਮੰਤਰ ਦੀ ਸ਼ਕਤੀ ਦਾ ਪ੍ਰਤਾਪ ਦਰਸਾਇਆ ਪ੍ਰਗਟ ਕਰਕੇ, ਤਾਂ ਉਸ ਵੇਲੇ ਬਾਦਸ਼ਾਹ ਸੋ ਕਹਿਣ ਲੱਗਾ ਵੀ ਕਰੋ ਸਵਾਲ। ਹੁਣ ਸਵਾਲ ਕੌਣ ਕਰੇ, ਕਿਸੇ ਸਮਰੱਥਾ ਹੀ ਨਹੀਂ ਹੋਈ ਕਿ ਅੱਗੋਂ ਕੋਈ ਸਵਾਲ ਕਰ ਸਕੇ। ਇਸ ਵਾਸਤੇ ਨਿਰੁੱਤਰ ਹੋ ਗਏ। ਤਾਂ ਜਿਸ ਤਰੀਕੇ ਦੇ ਨਾਲ ਸੋ ਬਾਦਸ਼ਾਹ ਸਲਾਮਤ ਹੁਣ ਇਹਨਾਂ ਨੂੰ ਜਵਾਬ ਦਿੰਦਾ ਹੈ ਕਿ ਦੇਖੋ, ਜੋ ਪਰਮੇਸ਼ਵਰ ਹੈ, ਜੋ ਭਗਵਾਨ ਪਰਮੇਸ਼ਰ ਹੈ, ਤੇ ਇਹ ਫਕੀਰ ਲੋਕ ਨੇ, ਇਹ ਇੱਕੋ ਹੀ ਰੂਪ ਨੇ, ਇਹਨਾਂ 'ਚ ਕੋਈ ਫਰਕ ਨਹੀਂ। ਤਾਂ ਜਿਸ ਤਰ੍ਹਾਂ ਕਚਹਿਰੀ ਵਿੱਚ ਉਹਨਾਂ ਲੋਕਾਂ ਨੂੰ ਗੁਰੂ ਘਰ ਦੇ ਜੋ ਈਰਖਾਲੂ ਲੋਕ ਦੋਸ਼ੀ ਸਨ, ਉਹਨਾਂ ਨੂੰ ਝੂਠਾ ਕਰਦਾ ਬਾਦਸ਼ਾਹ, ਗੁਰੂ ਘਰ ਦਾ ਸਤਿਕਾਰ ਕਰਦਾ ਹੈ। ਉਸ ਪਿਆਰ ਪੂਰਵਕ ਪ੍ਰਸੰਗ ਦੀ ਲੜੀ ਨੂੰ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਵੇਖ ਅਕਬਰ ਕੋ ਤੇਜ ਵਿਸਾਲਾ, ਭਾਈ ਅਕਬਰ ਦਾ ਤੇਜ ਪ੍ਰਤਾਪ ਵੇਖ ਕੇ ਝੂਠੇ ਹੋਏ ਸਕਲ ਤਿਸ ਕਾਲਾ। ਸਾਰੇ ਹੀ ਉਸ ਵੇਲੇ ਝੂਠੇ ਹੋ ਗਏ, ਤੋ ਚੁੱਪ ਹੋ ਗਏ, ਸੋ ਮੋਹਣ ਮੁੰਦਣ ਪਈ, ਇਹਨਾਂ ਦੇ ਮੂੰਹ ਬੰਦ ਹੋ ਗਏ ਹਨ। ਵਾਕ ਨ ਕਿਨਹੁ ਉਚਾਰਨ ਕੀਨਾ, ਫਿਰ ਹੋਰ ਕਿਸੇ ਨੇ ਕੋਈ ਬਚਨ ਨਹੀਂ ਉਚਾਰਿਆ, ਕੋਈ ਸਵਾਲ ਨਹੀਂ ਕਰ ਸਕੇ। ਉਠ ਸਭ ਨੇ ਘਰ ਮਾਰਗ ਲੀਨਾ, ਸਾਰੇ ਉੱਠ ਕਰਕੇ ਆਪੋ ਆਪਣੇ ਘਰਾਂ ਨੂੰ ਵਾਪਸ ਤੁਰ ਪਏ ਹਨ। ਰਾਮਦਾਸ ਕੇ ਸੰਗ ਪਿਛਾਰੀ, ਤੋ ਰਾਮਦਾਸ ਜੀ ਮਹਾਰਾਜ ਦੇ ਨਾਲ ਫਿਰ ਅਕਬਰ ਬਾਦਸ਼ਾਹ ਨੇ ਬਾਣੀ ਅਕਬਰ ਸਾਹੁ ਉਚਾਰੀ। ਬਾਦਸ਼ਾਹ ਅਕਬਰ ਨੇ ਇਸ ਪ੍ਰਕਾਰ ਬਚਨ ਉਚਾਰਨ ਕੀਤੇ ਹਨ। ਜਗ ਕੇ ਲੋਕ ਦੁਖ ਹੈ ਤੁਮ ਹੇਰ, ਮਹਾਰਾਜ ਇਹ ਜਿਹੜੇ ਸੋ ਐਸੇ ਲੋਕ ਗੁਰੂ ਘਰ ਦੇ ਦੋਸ਼ੀ ਤੁਹਾਡੇ ਪ੍ਰਤਾਪ ਨੂੰ ਦੇਖ ਕਰਕੇ ਦੁਖੀ ਹੁੰਦੇ ਹਨ। ਅਨਕ ਭਾਂਤ ਕੀ ਨਿੰਦਾ ਟੇਰ, ਤੇ ਅਨੇਕ ਪ੍ਰਕਾਰ ਦੀ ਨਿੰਦਿਆ ਕਰਦੇ ਆ ਮੂੰਹ ਤੋਂ ਆਪ ਜੀ ਦੀ। ਜਾਂ ਤੇ ਸਭ ਹਿਨ ਕੋ ਮਨ ਰਾਖਨ, ਇਸ ਵਾਸਤੇ ਮਹਾਰਾਜ ਤੁਸੀਂ ਇੰਜ ਕਰੋ, ਇਹਨਾਂ ਲੋਕਾਂ ਨੂੰ ਝੂਠਾ ਕਰਨ ਵਾਸਤੇ, ਗੁਰੂ ਘਰ ਦਾ ਤੇਜ ਪ੍ਰਤਾਪ ਵਧਾਉਣ ਵਾਸਤੇ ਕਿਰਪਾ ਕਰੋ। ਮਮ ਦਿਸਤੇ ਗੁਰ ਸੋ ਕਰ ਭਾਖਨ, ਤੇ ਕਹਿੰਦੇ ਮੇਰੀ ਤਰਫੋਂ ਗੁਰੂ ਸਾਹਿਬ ਨੇ ਬੇਨਤੀ ਕਰਿਓ ਤੁਸੀਂ ਕਰਨ ਤੀਰਥਨ ਕੋ ਇਸ਼ਨਾਨ, ਕਿ ਮਹਾਰਾਜ ਸਤਿਗੁਰੂ ਜੀ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਚੱਲਣ, ਤਾਂ ਕਿ ਗੁਰੂ ਘਰ ਦਾ ਪ੍ਰਚਾਰ ਬਹੁਤਾ ਹੋ ਸਕੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ ਕਿ ਸਾਹਿਬ ਗੁਰੂ ਅਮਰਦਾਸ ਮਹਾਰਾਜ ਨੇ ਸੋ ਤੀਰਥ ਯਾਤਰਾ ਕੀਤੀ ਹੈ, ਪਰ ਇਸ ਵਾਸਤੇ ਨਹੀਂ ਕਿ ਗੁਰੂ ਸਾਹਿਬ ਨੇ ਕੋਈ ਉੱਥੇ ਜਾ ਕੇ ਪਾਪ ਧੋਣੇ ਸਨ ਆਪਣੇ, ਬਲਕਿ ਗੁਰਬਾਣੀ ਦੇ ਵਿੱਚ ਇਹ ਸਿਧਾਂਤ ਦੱਸਿਆ ਗਿਆ ਹੈ ਕਿ ਤੀਰਥਾਂ ਨੇ ਯਾਦ ਕੀਤਾ ਹੈ ਸਤਿਗੁਰਾਂ ਨੂੰ ਕਿ ਮਹਾਰਾਜ ਕਿਰਪਾ ਕਰੋ, ਸਾਡੇ ਵਿੱਚ ਆਪਣੇ ਚਰਨ ਪਾ ਕਰਕੇ ਜੋ ਪਾਪਾਂ ਦੀ ਮੈਲ ਲੋਕੀ ਧੋ ਕੇ ਜਾਂਦੇ ਹੈ, ਸਾਡੇ ਵਿੱਚ ਭਰ
ਇਹਨੇ ਡਾਮਾਡੋਲ ਹਾਲਤ ਤੀਰਥਾਂ ਦੀ ਹੋ ਗਈ ਹੈ। ਤੁਸੀਂ ਚਰਨ ਪਾ ਕਰਕੇ ਮਹਾਰਾਜ ਸਾਡੇ ਪਾਪ ਨਿਵਰਤ ਕਰੋ, ਸਾਡੀ ਮੈਲ ਦੂਰ ਕਰੋ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸੋ ਇਹ ਤੀਰਥ ਯਾਤਰਾ ਕੀਤੀ ਹੈ। ਅੰਗੀਕਾਰ ਕਰਹਿ ਰੁਚ ਠਾਨ। ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਸਾਡੀ ਬੇਨਤੀ ਪ੍ਰਵਾਨ ਕਰਨ ਅਤੇ ਤੀਰਥਾਂ ਦੇ ਉੱਤੇ ਯਾਤਰਾ ਕਰਨ ਤੇ ਇਸ ਪ੍ਰਕਾਰ ਦੁਨੀਆ 'ਚ ਪ੍ਰਚਾਰ ਹੋਵੇਗਾ। ਤੁਮ ਹੋ ਵੱਡੇ ਰਖੋ ਮਰਿਆਦਾ। ਤੁਸੀਂ ਵੱਡੇ ਹੋ, ਮਰਿਆਦਾ ਕਾਇਮ ਕਰੋ ਗੁਰੂ ਘਰ ਦੀ। ਹਰ ਸਭਿਨ ਕੋ ਮਿਟਹਿ ਬੇਬਾਦਾ। ਸਾਰਿਆਂ ਦਾ ਝਗੜਾ ਮੁੱਕ ਜਾਊਗਾ। ਤੀਰਥ ਪਾਵਨ ਤੁਮ ਤੇ ਹੋਏ। ਤੁਹਾਡੇ ਚਰਨ ਪਾਉਣ ਦੇ ਨਾਲ ਤੀਰਥ ਪਵਿੱਤਰ ਹੋ ਜਾਣਗੇ। ਮੂਰਖ ਨਰ ਨਹਿ ਜਾਣਹਿ ਕੋਏ। ਇਹ ਐਸੇ ਮੂਰਖ ਲੋਕ ਨੇ ਗੁਰੂ ਘਰ ਦੇ ਪ੍ਰਤਾਪ ਨੂੰ ਜਾਣਦੇ ਨਹੀਂ ਹਨ, ਈਰਖਾ ਹੀ ਬੰਨੀ ਫਿਰਦੇ ਪੱਲੇ। ਇਸ ਪ੍ਰਕਾਰ ਕਹਿ ਅਕਬਰ ਸ਼ਾਹੂ। ਅਕਬਰ ਬਾਦਸ਼ਾਹ ਨੇ ਇਉਂ ਬੇਨਤੀ ਹੀ ਕੀਤੀ ਆ ਗੁਰੂ ਘਰ ਨੂੰ। ਰਾਮਦਾਸ ਕਰ ਬਿਦਾ ਉਮਾਹੂ। ਤੋ ਉਤਸ਼ਾਹ ਦੇ ਸਹਿਤ ਰਾਮਦਾਸ ਮਹਾਰਾਜ ਨੂੰ ਸਤਕਾਰ ਦੇ ਨਾਲ ਫਿਰ ਵਿਦਾ ਕੀਤਾ ਕਚਹਿਰੀ ਵਿੱਚੋਂ। ਇੱਕ ਦਿਨ ਆਪਣੇ ਗ੍ਰਹਿ ਰਹਿ ਕਰਕੇ। ਤਾਂ ਫਿਰ ਇੱਕ ਦਿਨ ਆਪਣੇ ਘਰ ਵਿੱਚ ਰਹੇ ਹਨ। ਸ੍ਰੀ ਗੁਰ ਕੋ ਮਨ ਪ੍ਰੇਮ ਸੰਭਾਰ ਕੇ। ਧੰਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਦਾ ਮਨ ਵਿੱਚ ਪ੍ਰੇਮ ਜਿਹੜਾ ਸੰਭਾਲਿਆ ਹੈ। ਜਬ ਬਾਜ਼ਾਰ ਮਹਿ ਪਹੁੰਚੇ ਜਾਏ। ਹੁਣ ਜਿਸ ਵੇਲੇ ਆਪ ਜੀ ਤਾਂ ਆਪਣੇ ਲਾਹੌਰ ਵੱਡਾ ਸ਼ਹਿਰ ਸੀ, ਉਸ ਵੇਲੇ ਰਾਜਧਾਨੀ ਸੀ ਪੰਜਾਬ ਦੀ। ਇਸ ਪ੍ਰਕਾਰ ਬਾਜ਼ਾਰ ਵਿੱਚ ਜਦੋਂ ਗਏ ਹਨ, ਬਹੁਤ ਮੋਲ ਕੇ ਬਸਤਰ ਬਿਕਾਏ। ਦੇਖਿਆ ਵੀ ਬਹੁਤ ਕੀਮਤੀ ਬਸਤਰ ਜਿਹੜੇ ਨੇ ਉਹ ਵਿਕ ਰਹੇ ਹਨ। ਅਤ ਸੁੰਦਰ ਕੋ ਦੇਖਣ ਲਾਗੇ। ਬਹੁਤ ਸੋਹਣੇ ਬਸਤਰਾਂ ਨੂੰ ਦੇਖਣ ਲੱਗ ਪਏ ਹਨ ਬਾਜ਼ਾਰ ਵਿੱਚ ਖੜੋ ਕੇ। ਇਹ ਗੁਰ ਉਚਿਤ ਚਿਤਵ ਲਾਗੇ। ਤੇ ਮਨ ਵਿੱਚ ਇਹ ਚੇਤੇ ਕਰਦੇ ਨੇ ਵੀ ਆਹ ਸੁੰਦਰ ਬਸਤਰ ਜਿਹੜੇ ਨੇ ਇਹ ਮੇਰੇ ਗੁਰੂ ਦੇ ਪਹਿਰਨ ਯੋਗ ਹਨ। ਗਰ ਕੋ ਬਸਤਰ ਹੋਏ ਇਸ ਕੇਰਾ। ਤੇ ਜਿਹੜਾ ਬਸਤਰ ਹੈ ਇਹ ਤਾਂ ਮੇਰੇ ਸਤਿਗੁਰੂ ਜੀ ਦਾ ਗਲ ਦਾ ਚੋਲਾ ਬਣਨਾ ਚਾਹੀਦਾ ਹੈ। ਇਹ ਉੱਪਰ ਕੋ ਬਨਹਿ ਬਡੇਰਾ। ਆਹ ਜਿਹੜਾ ਸੋਹਣਾ ਬਸਤਰ ਹੈ ਇਹ ਮਹਾਰਾਜ ਦੇ ਉੱਪਰ ਦਾ ਬਸਤਰ ਚਾਹੀਦਾ ਮੁੱਕਲ ਮਾਰਨ ਵਾਸਤੇ। ਧਨ ਢਿੱਗ ਨਹੀਂ ਮੋਲ ਜੋ ਦੇ। ਕਹਿੰਦੇ ਵੀ ਹੁਣ ਕੀ ਕਰੀਏ, ਭਾਵਨਾ ਤੇ ਹੈ ਪਰ ਕੋਲ ਇੰਨਾ ਧਨ ਨਹੀਂ ਹੈ ਜਿਹੜਾ ਦੇ ਕਰਕੇ ਅਸੀਂ ਬਸਤਰ ਮੁੱਲ ਖਰੀਦ ਕੇ ਜਾ ਕੇ ਗੁਰੂ ਸਾਹਿਬ ਨੂੰ ਪਵਾਈਏ। ਗੁਰਹਿਤ ਬਸਤਰ ਬਣਾਏ ਜੇ ਲੈ। ਜੇ ਘਰ ਧਨ ਹੋਵੇ ਤਾਂ ਬਸਤਰ ਬਣਾ ਲਈਏ ਗੁਰੂ ਸਾਹਿਬ ਵਾਸਤੇ। ਗੁਰ ਕੇ ਉਚਿਤ ਜਾਨ ਨਹਿ ਤਜੈ। ਤੇ ਇਸ ਪ੍ਰਕਾਰ ਗੁਰੂ ਦੇ ਜੋਗ ਜਾਣ ਕੇ ਫਿਰ ਛੱਡੀਏ ਨਾ, ਲੈ ਜਾਈਏ ਅਸੀਂ। ਖਰੋ ਰਹਿਓ ਹਿਰਦੇ ਮਹਿ ਜਜੈ। ਤੇ ਇਸ ਪ੍ਰਕਾਰ ਸੋ ਖੜਾ ਹੋ ਕਰਕੇ ਬਾਜ਼ਾਰ ਦੇ ਵਿੱਚ ਸੁੰਦਰ ਬਸਤਰਾਂ ਨੂੰ ਦੇਖ ਕੇ ਤੇ ਸਤਿਗੁਰਾਂ ਦੀ ਧਿਆਨ ਦੇ ਨਾਲ ਪੂਜਾ ਕਰਦੇ ਹਨ। ਮਨ ਕਰ ਬਸਤਰ ਸੀਵ ਤੋ ਖਰਿਓ। ਤੇ ਹੁਣ ਮਨ ਕਰਕੇ ਹੀ ਸੋ ਮਨ ਵਿੱਚ ਭਾਵਨਾ ਨਾਲ ਬਸਤਰ ਖਰੀਦ ਕਰਕੇ ਸਿਉਂਦੇ ਹਨ ਗੁਰੂ ਪਾਤਸ਼ਾਹ ਦੇ ਪਹਿਰਾਉਣ ਵਾਸਤੇ। ਗੁਰ ਕੇ ਪਹਿਰਾਵਨ ਕਰਿਓ। ਤੋ ਆਪਣੇ ਧਿਆਨ ਦੇ ਨਾਲ ਹੀ ਉਹ ਬਸਤਰ ਲੈ ਕੇ ਉਹਨੂੰ ਸਿਵਾ ਕਰਕੇ ਚੋਲਾ ਗੁਰੂ ਸਾਹਿਬ ਦੇ ਗਲ ਵਿੱਚ ਪਹਿਰਾ ਰਹੇ ਹਨ ਆਪਣੀ ਭਾਵਨਾ ਦੇ ਸਹਿਤ। ਉਨ ਉੱਪਰ ਕੋ ਬਸਤਰ ਸੁਧਾਰ ਹੈ। ਫਿਰ ਬੜਾ ਸਵਾਰ ਕਰਕੇ ਉੱਪਰ ਕੰਬਲੀ ਦੀ ਜਿਵੇਂ ਬੁੱਕਲ ਮਾਰੀ ਇਉਂ ਸੁੰਦਰ ਬਸਤਰ ਜਿਹੜਾ ਉਹ ਸਵਾਰ ਕੇ ਦਿੰਦੇ ਹਨ। ਪਹਿਰਾਵਹਿ ਗੁਰ ਧਿਆਨ ਸੁਧਾਰ ਹੈ। ਤੋ ਇਸ ਪ੍ਰਕਾਰ ਗੁਰੂ ਦਾ ਧਿਆਨ ਧਾਰ ਕਰਕੇ ਹੀ ਇਹਨੂੰ ਕਹਿੰਦਾ ਸੰਪਤ ਉਪਾਸ਼ਨਾ। ਧਿਆਨ ਦੇ ਨਾਲ ਹੀ ਆਪਣੇ ਇਸ਼ਟ ਨੂੰ ਅਰਪਣ ਕਰਨੀ ਭੇਟਾ। ਤੋ ਇਸ ਤਰੀਕੇ ਨਾਲ ਰਾਮਦਾਸ ਮਹਾਰਾਜ ਜੀ ਧਿਆਨ ਦੇ ਨਾਲ ਹੀ ਇਹ ਗੁਰੂ ਸਾਹਿਬ ਜੀ ਦੀ ਸੇਵਾ ਕਰ ਰਹੇ ਹਨ। ਗੋਇੰਦਵਾਲ ਜਾਨ ਕਰ ਭਾਉ। ਤੇ ਭਾਵਨਾ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਜਾਣ ਵਾਸਤੇ। ਸ੍ਰੀ ਗੁਰ ਪਹਿਰ ਅੰਗ ਹਿਲਾਓ। ਤੇ ਇੱਧਰ ਮੇਰੇ ਸਤਿਗੁਰੂ ਪਾਤਸ਼ਾਹ ਅੰਤਰਜਾਮੀ ਹਨ। ਰਾਮਦਾਸ ਜੀ ਲਾਹੌਰ ਦੇ ਬਾਜ਼ਾਰ ਵਿੱਚ ਖੜੇ ਧਿਆਨ ਦੇ ਨਾਲ ਗੁਰੂ ਪਾਤਸ਼ਾਹ ਜੀ ਨੂੰ ਬਸਤਰ ਪਹਿਰਾ ਰਹੇ ਨੇ ਤੇ ਗੋਇੰਦਵਾਲ ਸਾਹਿਬ ਵਿੱਚ ਮੇਰੇ ਸਤਿਗੁਰੂ ਸੰਗਤ ਵਿੱਚ ਬੈਠੇ ਨੇ, ਬਸਤਰ ਪਹਿਰ ਰਹੇ ਹਨ। ਗੋਇੰਦਵਾਲ ਜਾਨ ਕਰ ਭਾਉ। ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਮਹਾਰਾਜ ਭਾਵਨਾ ਜਾਣ ਕੇ ਗੁਰੂ ਰਾਮਦਾਸ ਮਹਾਰਾਜ ਦੀ। ਸ੍ਰੀ ਗੁਰ ਪਹਿਰ ਅੰਗ ਹਿਲਾਓ। ਮੇਰੇ ਸਤਿਗੁਰੂ ਜੀ ਸੋ ਬਸਤਰ ਜਿਵੇਂ ਚੋਲਾ ਪਾਈਦਾ ਇਸੇ ਤਰ੍ਹਾਂ ਅੰਗ ਹਿਲਾ ਰਹੇ ਹਨ। ਕਬ ਹੱਥਨ ਕੋ ਉੱਚੇ ਕਰੇ। ਕਦੇ ਹੱਥ ਉੱਚੇ ਕਰਦੇ ਜਿਵੇਂ ਬਾਹਾਂ ਪਾਈਦੀਆਂ ਚੋਲੇ ਦੀਆਂ। ਕਬਹਿ ਤਨੀ ਬੰਧਨ ਕੋ ਧਰੇ। ਕਦੇ ਤਣੀਆਂ ਬੰਨਣ ਵਾਸਤੇ ਜਿਵੇਂ ਬੰਨੀ ਦੀਆਂ ਨੇ, ਇਸ ਤਰੀਕੇ ਦੇ ਨਾਲ ਮੇਰੇ ਸਤਿਗੁਰੂ ਜੀ ਕਿਰਿਆ ਕਰਦੇ ਹਨ। ਇਤ ਉਤ ਹੋ ਕਰ ਦੇਹ ਹਿਲਾਵਹਿ। ਇੱਧਰ ਉੱਧਰ ਹੋ ਕਰਕੇ ਸਰੀਰ ਨੂੰ ਹਿਲਾਉਂਦੇ ਹਨ। ਸਭ ਸਿੱਖ ਦੇਖ ਦੇਖ ਬਿਸਮਾਵਹਿ। ਸਾਰੇ ਸਿੱਖ ਵੇਖ ਵੇਖ ਕੇ ਹੈਰਾਨ ਹੋ ਰਹੇ ਨੇ ਵੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਤਾਂ ਟਿਕ ਕੇ ਬੈਠੇ ਹੁੰਦੇ ਐ, ਪਰ ਅੱਜ ਗੁਰਗੱਦੀ ਤੇ ਬੈਠੇ ਹੀ
ਸੋ ਮਹਾਰਾਜ ਇਹ ਅਚਾਨਕ ਹੀ ਇਹੋ ਜਿਹੀ ਕਿਰਿਆ ਕਿਉਂ ਕਰ ਰਹੇ ਹਨ? ਬੈਠੇ ਸ੍ਰੀ ਸਤਗੁਰ ਬਿਨ ਕਾਰਨ, ਮੇਰੇ ਸਤਿਗੁਰੂ ਪਾਤਸ਼ਾਹ ਬਿਨਾਂ ਹੀ ਕਾਰਨ ਤੋਂ ਬੈਠੇ ਬੈਠੇ ਇਤ ਉਤ ਤਨ ਕਰ ਭੁਜਾ ਉਸਾਰਨ, ਇਧਰ ਉਧਰ ਸਰੀਰ ਨੂੰ ਹਿਲਾਉਂਦੇ ਹਨ, ਬਾਹਾਂ ਨੂੰ ਹਿਲਾਉਂਦੇ ਹਨ। ਸਭ ਕੈ ਮਨ ਕੀ ਬੱਲੂ ਜਾਨ, ਸਾਰਿਆਂ ਦੇ ਮਨ ਦੀ ਇਹ ਭਾਵਨਾ ਜਾਣ ਕੇ ਗੁਰੂ ਕੇ ਹਜ਼ੂਰੀ ਸੇਵਕ ਭਾਈ ਬੱਲੂ ਜੀ ਨੇ ਤੱਕਿਆ ਜਦੋਂ, ਸੰਸੇ ਜੁਤ ਹੋਏ ਬੂਝਨ ਠਾਨ, ਸੰਸੇ ਦੇ ਸਮੇਤ ਹੋ ਕੇ ਸ਼ੰਕਾ ਦੇ ਪੁੱਛਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ, ਏ ਪ੍ਰਭ ਸਿੰਘਾਸਨ ਪਰ ਥਿਰੇ, ਹੇ ਮੇਰੇ ਸਤਿਗੁਰੂ ਜੀ, ਤੁਸੀਂ ਗੁਰਤਾ ਗੱਦੀ ਦੇ ਸਿੰਘਾਸਨ ਤੇ ਟਿਕੇ ਹੋਏ ਹੋ, ਕਿਮ ਇਤ ਉਤ ਅੰਗਨ ਕੋ ਕਰੇ, ਤੇ ਮਹਾਰਾਜ ਤੁਸੀਂ ਅੱਜ ਸਰੀਰ ਨੂੰ ਹਿਲਾ ਕਿਉਂ ਰਹੇ ਹੋ ਇਸ ਤਰੀਕੇ ਦੇ ਨਾਲ? ਰਾਵਰ ਲੀਲਾ ਲਖੀ ਨਾ ਜਾਏ, ਸਮਰੱਥ ਸਤਿਗੁਰੂ ਜੀ, ਤੁਹਾਡੀ ਲੀਲਾ ਕੌਤਕ ਨੂੰ ਜਾਣਿਆ ਨਹੀਂ ਜਾਂਦਾ ਹੈ। ਕਹੀਐ ਪ੍ਰਭ ਚਾਹਤ ਸਮੁਦਾਏ, ਤੇ ਇਹ ਸਾਰੀ ਸੰਗਤ ਚਾਹੁੰਦੀ ਹੈ, ਆਪ ਕਿਰਪਾ ਕਰਕੇ ਮਹਾਰਾਜ ਇਹ ਹੁਕਮ ਕਰੋ ਵੀ ਆਪ ਜੀ ਸਰੀਰ ਨੂੰ ਕਿਉਂ ਹਿਲਾਇਆ ਹੈ? ਤਬ ਸ੍ਰੀ ਅਮਰ ਭਨਿਓ ਮਨ ਭਾਵਤ, ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤਾਂ ਦਾ ਮਨ ਭਾਉਂਦਾ ਜੋ ਇਹ ਸਵਾਲ ਸੀ, ਸੋ ਉਹਦਾ ਜਵਾਬ ਦਿੱਤਾ ਹਜੂਰ ਨੇ। ਰਾਮਦਾਸ ਮੋਹਿ ਪਟ ਪਹਿਰਾਵਤ, ਭਾਈ ਰਾਮਦਾਸ ਜੀ ਲਾਹੌਰ ਦੇ ਬਾਜ਼ਾਰ ਵਿੱਚ ਖੜੇ ਨੇ, ਉਹ ਸਾਨੂੰ ਬਸਤਰ ਪਹਿਰਾ ਰਹੇ ਹਨ ਧਿਆਨ ਦੇ ਨਾਲ। ਲਵਪੁਰ ਕੇ ਬਾਜ਼ਾਰ ਮਹਿ ਥਿਰਿਓ, ਲਾਹੌਰ ਦੇ ਬਾਜ਼ਾਰ ਦੇ ਵਿੱਚ ਉਹ ਟਿਕੇ ਹੋਏ ਹਨ। ਤਹ ਪਿਖ ਪਟ ਪਹਿਰਾਵਨ ਕਰਿਓ, ਉੱਥੇ ਖੜੇ ਹੋ ਕਰਕੇ ਸੁੰਦਰ ਸੁੰਦਰ ਬਸਤਰ ਦੇਖ ਕੇ ਸਾਨੂੰ ਉਹ ਪਹਿਨਾ ਰਹੇ ਹਨ। ਸੁਨ ਸਭਨ ਤਬ ਸੀਸ ਨਿਵਾਇਓ, ਸਾਰੀ ਸੰਗਤ ਨੇ ਹੱਥ ਜੋੜ ਕੇ ਨਮਸਕਾਰ ਕੀਤੀ, ਧੰਨ ਹੋ ਸਤਿਗੁਰੂ ਜੀ, ਧੰਨ ਤੁਹਾਨੂੰ ਧਿਆਨ ਦੇ ਨਾਲ ਬਸਤਰ ਪਹਿਰਾਉਣ ਵਾਲੇ, ਤੇ ਧੰਨ ਅੰਤਰਜਾਮੀ ਗੁਰਗੱਦਾ ਤੇ ਬੈਠੇ ਹੋਏ, ਇਥੋਂ ਹੀ ਉਹਨੂੰ ਸਵੀਕਾਰ ਕਰਨ ਵਾਲੇ ਸਮਰੱਥ ਹੋ ਜੀ। ਭਾਉ ਸਦਾ ਸਿੱਖਨ ਕੋ ਭਾਵ ਹੋ, ਇਹ ਮੇਰੇ ਸਤਿਗੁਰੂ ਜੀ, ਗੁਰਸਿੱਖਾਂ ਦੀ ਭਾਵਨਾ ਤੁਹਾਨੂੰ ਚੰਗੀ ਲੱਗਦੀ ਭਾਉਂਦੀ ਹੈ। ਇਮ ਤਹ ਬਸਤਰ ਨਿਵੇਦਨ ਕਰੇ, ਇਸ ਤਰੀਕੇ ਦੇ ਨਾਲ ਰਾਮਦਾਸ ਜੀ ਨੇ ਅਰਪਣ ਕੀਤੇ ਹਨ ਬਸਤਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ। ਲੱਖ ਗੁਰ ਉਚਿਤ ਪ੍ਰੇਮ ਤੇ ਭਰੇ, ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਸੋ ਗੁਰੂ ਦੇ ਜੋਗ ਜਾਣ ਕੇ ਹਿਰਦੇ 'ਚ ਪ੍ਰੇਮ ਭਰਿਆ ਹੋਇਆ, ਮੇਰੇ ਗੁਰੂ ਸਾਹਿਬ ਦੇ ਪਹਿਰਨ ਵਾਸਤੇ ਬਸਤਰ ਹਨ, ਇਸ ਤਰ੍ਹਾਂ ਨਾਲ ਪਹਿਰਾਏ ਧਿਆਨ ਦੇ ਸਹਿਤ। ਰਾਮਦਾਸ ਪੁਨ ਚੱਲੇ ਅਗਾਰੀ, ਫਿਰ ਰਾਮਦਾਸ ਮਹਾਰਾਜ ਲਾਹੌਰ ਦੇ ਬਾਜ਼ਾਰ ਵਿੱਚ ਅੱਗੇ ਚੱਲੇ ਹਨ। ਆਏ ਚੌਂਕ ਨਿਖਾਸ ਮਝਾਰੇ, ਜਦੋਂ ਇਸ ਤਰੀਕੇ ਦੇ ਨਾਲ ਮੰਡੀ ਵਾਲੇ ਚੌਂਕ ਵਿੱਚ ਆਏ ਹਨ ਤਾਂ ਬਿਨ ਰੁੱਤ ਤੇ ਤਹ ਆਂਬ ਬਿਕਾਏ, ਕੀ ਦੇਖਿਆ ਉੱਥੇ ਬਿਨਾਂ ਰੁੱਤ ਤੋਂ ਅੰਬ ਵਿਕ ਰਹੇ ਨੇ। ਕਿਉਂ ਅੱਜ ਕੱਲ ਤਾਂ ਆ ਫੀਜਰ ਵਗੈਰਾ ਬਣ ਗਏ ਤੇ ਹਰ ਚੀਜ਼ ਹਰ ਮੌਸਮ 'ਚ ਮਿਲਦੀ ਹੈ, ਤੇ ਉੱਥੇ ਬੇਰੁੱਤੇ ਅੰਬ ਜਿਹੜੇ ਦੇਖੇ ਹਨ ਤਾਂ ਅਤ ਸੁੰਦਰ ਪਿਖ ਰਹਿਓ ਲੁਭਾਏ, ਬੜੇ ਹੀ ਸੁੰਦਰ ਜਾਣ ਕਰਕੇ ਤੇ ਮਨ ਦੇ ਵਿੱਚ ਭਾਵਨਾ ਜਾਗੀ ਹੈ। ਲਵਪੁਰ ਕੀ ਇਹ ਵਸਤ ਅਜਾਇਬ, ਲਾਹੌਰ ਪੁਰੀ ਦੇ ਵਿੱਚ ਇਹ ਬੜੀ ਅਚਰਜ ਵਸਤੂ ਹੈ ਜੋ ਬੇਰੁੱਤੇ ਅੰਬ ਹਨ। ਅਰਪਨ ਉਚਿਤ ਸਰਸ ਗੁਰ ਸਾਹਿਬ, ਸਾਹਿਬ ਸਤਿਗੁਰਾਂ ਨੂੰ ਇਹ ਜਿਹੜੇ ਨੇ ਭੇਟਾ ਕਰਨ ਦੇ ਯੋਗ ਹਨ। ਰਿਕਤ ਹਾਥ ਬੜਿਆਨ ਢਿਗ ਅਜਾਨਾ, ਕਹਿੰਦੇ ਭਾਈ ਸੋ ਖਾਲੀ ਹੱਥ ਵੱਡਿਆਂ ਦੇ ਕੋਲ ਜਾਣਾ ਨਹੀਂ ਚਾਹੀਦਾ, ਰਿਕਤ ਪਾਨ ਨਾ ਕੰਮ ਹੋ ਜਾਈ, ਸ਼ਾਸਤਰਾਂ ਦਾ ਕਥਨ ਭਈ ਵੱਡੇ ਸਤਿਗੁਰਾਂ ਦੇ ਪਾਸ ਜਾਣਾ, ਖਾਲੀ ਹੱਥ ਨਹੀਂ ਜਾਣਾ। ਇਸ ਵਾਸਤੇ ਕਹਿੰਦੇ ਵੀ ਸਭ ਤੋਂ ਵਧੀਆ ਇਹ ਬੇਰੁੱਤਾ ਅੰਬ ਜਿਹੜਾ ਨਾ ਇਹ ਗੁਰੂ ਸਾਹਿਬ ਵਾਸਤੇ ਭੇਟਾ ਲੈ ਕੇ ਜਾਂਦੇ ਹਾਂ। ਇਸ ਤੇ ਪਰੇ ਆਨ ਕੋ ਹਾਨਾ, ਤੋ ਇਸ ਤੋਂ ਪਰੇ ਫਿਰ ਜਿਹੜੀ ਹੈ ਨਾ ਉਹ ਜਿਹੜਾ ਸਤਕਾਰ ਹੈ ਨਾ ਉਹ ਨਾਸ ਹੁੰਦਾ, ਭਾਵਨਾ ਜਿਹੜੀ ਹੈ ਨਾਸ ਹੁੰਦੀ ਹੈ। ਅਦਭੁਤ ਬਿਨ ਰੁੱਤ ਫਲ ਲੈ ਜੈ ਹੋ, ਇਸ ਪ੍ਰਕਾਰ ਬੜਾ ਆਸ਼ਚਰਜ ਹੈ, ਬਿਨਾਂ ਰੁੱਤ ਤੋਂ ਇਹ ਫਲ ਜਿਹੜਾ ਹੈ ਮੈਂ ਲੈ ਕੇ ਜਾਵਾਂਗਾ। ਅਰਪ ਅਗਾਰੀ ਬੰਧਨ ਕੈ ਹੋ, ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਕਰਕੇ ਮੱਥਾ ਟੇਕਾਂਗਾ। ਬਹੁਤ ਦਿਨ ਕੇ ਵਿਛਰੇ ਦਰਸੇ ਹੋ, ਤਾਂ ਬਹੁਤ ਦਿਨ ਵਿਛੋੜਾ ਹੋ ਗਿਆ, ਗੁਰੂ ਤੋਂ ਦੂਰ ਜਾ ਕੇ ਮਿਲਾਂਗੇ। ਪਿਖ ਸਰੂਪ ਲੋਚਨ ਤ੍ਰਿਪਤੈ ਹੋ, ਜਾ ਕਰਕੇ ਨੇਤਰਾਂ ਦੇ ਨਾਲ ਸਤਿਗੁਰਾਂ ਦਾ ਦਰਸ਼ਨ ਕਰਕੇ ਤੋ ਇਸ ਪ੍ਰਕਾਰ ਆਪਣੇ ਨੇਤਰਾਂ ਨੂੰ ਤ੍ਰਿਪਤ ਕਰਾਂਗੇ। ਢਿੱਗ ਹੋਏ ਬੂਝਿਓ ਵੇਚਨ ਵਾਰੋ, ਤੋ ਜੋ ਵੇਚਣ ਵਾਲਾ ਸੀ ਨਾ ਅੰਬਾਂ ਦਾ ਵਪਾਰੀ, ਉਸ ਨੂੰ ਪੁੱਛਿਆ ਨੇੜੇ ਹੋ ਕੇ, ਕਹੋ ਮੋਲ ਇਹੋ ਫਲ ਵਿਵਹਾਰੋ, ਭਾਈ ਦੱਸ ਤੂੰ ਇਹ ਫਲ ਵੇਚਣ ਵਾਲਾ ਹੈ, ਪਰ ਦੱਸ ਕੀ ਮੁੱਲ ਹੈ ਇਹਨਾਂ ਅੰਬਾਂ ਦਾ? ਏਕ ਰਜਤਪਨ ਮੋਲ ਕੀਓ ਹੈ, ਉਹ ਕਹਿੰਦਾ ਜੀ 1 ਰੁਪਈਆ ਇਹਦਾ। ਤੋ 1 ਰੁਪਈਆ ਮੁੱਲ ਸੁਣਿਆ, ਉਸ ਵੇਲੇ 1 ਰੁਪਈਏ ਦੀ ਬਹੁਤ ਕੀਮਤ ਸੀ। ਸੋ ਦੇ ਕਰ ਨਿਜ ਹਾਥ ਲਿਓ ਹੈ, ਤੋ ਉਹ ਰੁਪਈਆ ਦੇ ਕਰਕੇ
ਤੇ ਉਹ ਜਿਹੜਾ ਅੰਬ ਸੀ ਰਾਮਦਾਸ ਮਹਾਰਾਜ ਨੇ ਆਪਣੇ ਹੱਥ ਵਿੱਚ ਲੈ ਲਿਆ ਹੈ। ਕਰੇ ਸ਼ੀਘਰਤਾ ਗਮਨਿਓ ਫੇਰ। ਤੇ ਇਸ ਪ੍ਰਕਾਰ ਫਿਰ ਛੇਤੀ ਕਰਕੇ ਚੱਲ ਪਏ ਹਨ ਗੋਇੰਦਵਾਲ ਸਾਹਿਬ ਜੀ ਨੂੰ। ਗੋਇੰਦਵਾਲ ਪੰਥ ਕੋ ਹੇਰ। ਗੋਇੰਦਵਾਲ ਸਾਹਿਬ ਦੇ ਰਸਤੇ ਨੂੰ ਤੱਕਿਆ ਤੇ ਤੁਰ ਪਏ ਹਨ। ਵੱਡਿਓ ਪ੍ਰੇਮ ਸ੍ਰੀ ਸਤਿਗੁਰ ਪੂਰਨ। ਮੇਰੇ ਪੂਰਨ ਸਤਿਗੁਰੂ ਦਾ ਪ੍ਰੇਮ ਮਨ ਵਿੱਚ ਬਹੁਤ ਵਧਿਆ ਹੈ। ਮਿਲਿਓ ਚਾਹੇ ਚੱਲ ਕਰ ਮਗ ਤੂਰਨ। ਤੋ ਜਾ ਕੇ ਛੇਤੀ ਮਿਲਣਾ ਚਾਹੁੰਦੇ ਹਨ ਸਤਿਗੁਰਾਂ ਨੂੰ। ਚਲਤ ਚਲਤ ਦਿਨ ਮਨ ਅਸਤਾਵ ਹੋ। ਤੋ ਕਹਿੰਦੇ ਨੇ ਜਿਸ ਵੇਲੇ ਚੱਲਦਿਆਂ ਜਿਹੜਾ ਸੂਰ ਸੀ ਅਸਤਾਏ ਹੋ, ਜਿਸ ਵੇਲੇ ਛਿਪ ਗਿਆ ਤਾਂ ਗ੍ਰਾਮ ਵਿਖੇ ਬਸ ਨਿਸਾ ਬਿਤਾਇਓ ਹੋ। ਫਿਰ ਰਸਤੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਰਾਤ ਗੁਜ਼ਾਰੀ ਹੈ। ਵੱਡੀ ਪ੍ਰਭਾਤ ਉੱਠੇ ਪੁੰਨ ਚੱਲੇ। ਤੋ ਬਹੁਤ ਹੀ ਤੜਕੇ ਸਵੇਰੇ ਉੱਠ ਕਰਕੇ ਤੁਰ ਪਏ ਹਨ। ਚਿਤ ਮਹਿ ਪਿਆਸ ਅਧਿਕ ਗੁਰ ਮਿਲੇ। ਕਿਉਂ ਮਨ ਵਿੱਚ ਬਹੁਤੀ ਹੀ ਇੱਛਾ ਹੈ ਸਤਿਗੁਰੂ ਪਾਤਸ਼ਾਹ ਨੂੰ ਮਿਲਣ ਦੀ। ਭੈਰੋ ਵਾਲ ਗ੍ਰਾਮ ਤਬ ਆਏ। ਤੇ ਰਸਤੇ ਦੇ ਵਿੱਚ ਇੱਕ ਭੈਰੋਵਾਲ ਨਗਰ ਪਿੰਡ ਹੈ। ਗੋਇੰਦਵਾਲ ਰਹਿਓ ਨਿਕਟਾਏ। ਗੋਇੰਦਵਾਲ ਸਾਹਿਬ ਤੋਂ ਨੇੜੇ ਹੀ ਇਹ ਭੈਰੋਵਾਲ ਦਾ ਪਿੰਡ ਹੈ। ਲੱਗੀ ਉਸਨਤਾ ਕਰ ਕੀ ਫਲ ਕੋ। ਤੇ ਇਸ ਪ੍ਰਕਾਰ ਭੈਰੋਵਾਲ ਜ਼ਿਆਦਾ ਨਾਮ ਉਹਦਾ ਪ੍ਰਸਿੱਧ ਹੈ। ਤੋ ਜਿਸ ਵੇਲੇ ਹੱਥ ਵਿੱਚ ਲੈ ਕੇ ਗੁਰੂ ਲਪੇਟਾ ਤੋਂ ਹੱਥ ਦੀ ਗਰਮੈਸ਼ ਜਿਹੜੀ ਲੱਗੀ ਹੈ ਜਦੋਂ ਅੰਬ ਨੂੰ ਫੂਟ ਗਇਓ ਰਸ ਨਿਕਸਤ ਢਲ ਕੋ। ਪੱਕਾ ਹੋਇਆ ਸੀ ਹੱਥ ਦੀ ਗਰਮੈਸ਼ ਨਾਲ ਅੰਬ ਫੁੱਟ ਗਿਆ ਤੇ ਉਹਦਾ ਰਸ ਚੋਣ ਲੱਗ ਪਿਆ। ਗੁਰ ਲਗ ਨਹਿ ਪਹੁੰਚੇ ਚਿਤ ਚੀਨ। ਹੁਣ ਮਨ ਵਿੱਚ ਜਾਣ ਲਿਆ ਵੀ ਇਹ ਸਹੀ ਸਲਾਮ ਸਾਬਤ ਅੰਬ ਗੁਰੂ ਤੱਕ ਤਾਂ ਪਹੁੰਚਣਾ ਨਹੀਂ ਹੈ। ਤਬ ਸ੍ਰੀ ਅਮਰ ਧਿਆਨ ਧਰ ਲੀਨ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਗੁਰੂ ਅਮਰਦਾਸ ਮਹਾਰਾਜ ਦਾ ਧਿਆਨ ਧਾਰਿਆ ਰਾਮਦਾਸ ਮਹਾਰਾਜ ਨੇ। ਹੇ ਪ੍ਰਭ ਇਹ ਫਲ ਅਰਪਣ ਕਰਿਓ। ਹੇ ਮਹਾਰਾਜ ਸਤਿਗੁਰੂ ਜੀ ਆਹ ਫਲ ਤੁਹਾਡੀ ਭੇਟਾ ਹੈ। ਬਿਨ ਰੁਤ ਕੋ ਰਸ ਜਾਏ ਸੋ ਢਰਿਓ। ਤੇ ਇਹ ਬਿਨਾਂ ਰੁੱਤ ਤੋਂ ਫਲ ਹੈ ਤੇ ਰਸ ਇਹਦਾ ਹੁਣ ਚੋਈ ਜਾਂਦਾ ਹੈ। ਅੰਗੀਕਾਰ ਕਰੋ ਮੁਖ ਪਾਪ ਹੋ। ਇਸ ਵਾਸਤੇ ਕਿਰਪਾ ਕਰੋ ਮਹਾਰਾਜ ਹੁਣ ਆਪ ਜੀ ਇਸ ਭੇਟਾ ਨੂੰ ਪ੍ਰਵਾਨ ਕਰੋ, ਭੋਗ ਲਾਓ ਇਸ ਨੂੰ। ਮਮ ਮਨਸਾ ਕੋ ਪੂਰ ਕਰਾਬ ਹੋ। ਮੇਰੇ ਮਨ ਦੀ ਇਹ ਮਨਸ਼ਾ ਹੈ ਆਪ ਜੀ ਨੂੰ ਅਰਪਣ ਕਰਨ ਦੀ, ਇਹ ਪੂਰੀ ਕਰੋ ਜੀ, ਆਪ ਛਕੋ ਇਸ ਨੂੰ। ਇਮ ਕਹਿ ਆਮ ਖਾਏ ਸੋ ਲੀਨ। ਇਉਂ ਅਰਦਾਸ ਕਰਕੇ ਅੰਬ ਜਿਹੜਾ ਸੀ ਚੂਸ ਲਿਆ। ਇਤ ਸ੍ਰੀ ਗੁਰ ਰਸ ਚੂਸਨ ਕੀਨ। ਤੇ ਇੱਧਰ ਸੋ ਰਾਮਦਾਸ ਮਹਾਰਾਜ ਨੇ ਅਰਦਾਸ ਕਰਕੇ ਅੰਬ ਚੂਸਣਾ ਸ਼ੁਰੂ ਕਰ ਦਿੱਤਾ ਹੈ ਭਰੋਵਾਲ ਪਿੰਡ ਵਿੱਚ। ਤੇ ਇੱਧਰ ਗੁਰੂ ਅਮਰਦਾਸ ਮਹਾਰਾਜ ਜੀ ਸੋ ਅੰਬ ਚੂਸ ਰਹੇ ਹਨ ਬੈਠ ਕਰਕੇ। ਬਹੁਤ ਪ੍ਰੀਤ ਸੋ ਸਵਾਦਤ ਕਰ ਕਰ। ਬੜਾ ਸਵਾਦ ਦੇ ਨਾਲ ਰਸ ਲੈ ਲੈ ਕੇ ਗੁਰੂ ਅਮਰਦਾਸ ਜੀ ਚੂਸ ਰਹੇ ਹਨ। ਰਸ ਚੂਸਤ ਘੁਟਨ ਬਾਰ ਭਰ ਭਰ। ਤੋ ਇਸ ਪ੍ਰਕਾਰ ਸੋਹਣੇ ਰਸ ਚੂਸ ਕੇ ਘੁੱਟ ਭਰ ਭਰ ਕਰਕੇ ਅੰਬ ਛਕ ਰਹੇ ਹਨ। ਕਿਤਕ ਸਮੇਂ ਗੁਠਲੀ ਮੁਖ ਰਾਖੀ। ਤੋ ਕਿੰਨਾ ਕੁ ਸਮਾਂ ਉਸ ਦੀ ਗਿਟਕ ਵੀ ਮੂੰਹ ਵਿੱਚ ਰੱਖੀ ਮਹਾਰਾਜ ਚੂਸੀ ਹੈ। ਬਹੁਰ ਨਿਕਾਸ ਦਾਸ ਸੋ ਭਾਖੀ। ਫਿਰ ਇਸ ਪ੍ਰਕਾਰ ਮੁਖ ਵਿੱਚ ਉਹ ਗਿਟਕ ਚੂਸ ਕਰਕੇ ਭਾਈ ਬੱਲੋ ਜੀ ਸੇਵਕ ਨੂੰ ਹੁਕਮ ਕੀਤਾ, ਇਸ ਕੋ ਰੱਖੋ ਤਾਕ ਮਝਾਰੀ। ਇਸ ਨੂੰ ਤਾਕੀ ਵਿੱਚ ਬਾਰੀ ਵਿੱਚ ਵੀ ਸਾਂਭ ਕੇ ਰੱਖ। ਪੁਨ ਹਮ ਲੈ ਹੈ ਕਬ ਇੱਕ ਬਾਰੀ। ਫਿਰ ਜਦੋਂ ਸਮਾਂ ਆਏਗਾ ਤਾਂ ਅਸੀਂ ਤੇਰੇ ਕੋਲ ਫਿਰ ਇੱਕ ਵਾਰੀ ਇਹਨੂੰ ਮੰਗਾਂਗੇ, ਸਾਨੂੰ ਉਸ ਵੇਲੇ ਦੇ ਦਵੇਂ। ਬੱਲੂ ਨੇ ਆਇਸ ਕੋ ਮਾਨ। ਭਾਈ ਬੱਲੂ ਜੀ ਨੇ ਸੋ ਆਗਿਆ ਮੰਨੀ ਸਤਿਗੁਰਾਂ ਦੀ। ਧਰੀ ਸੰਭਾਰ ਸਭਾ ਕੇ ਥਾਨ। ਤੋ ਬਹੁਤ ਸੁੰਦਰ ਸਥਾਨ ਦੇ ਉੱਤੇ ਸਾਂਭ ਕੇ ਰੱਖ ਲਈ ਹੈ। ਰਾਮਦਾਸ ਕੇਤਕ ਚਿਰ ਪਾਛੇ। ਤੋ ਕਿੰਨੇ ਕੁ ਚਿਰ ਤੋਂ ਮਗਰੋਂ ਰਾਮਦਾਸ ਮਹਾਰਾਜ ਜਦੋਂ ਆਏ ਹਨ, ਪਹੁੰਚਤ ਭਏ ਪ੍ਰੇਮ ਚਿਤ ਬਾਛੇ। ਬੜਾ ਭਾਰੀ ਚਿੱਤ ਵਿੱਚ ਪ੍ਰੇਮ ਲੈ ਕੇ ਗੁਰੂ ਦੇ ਚਰਨਾਂ ਵਿੱਚ ਪੁੱਜੇ ਹਨ। ਦੇਖ ਦੂਰ ਤੇ ਮੁਦਤ ਮਹਾਨਾ। ਤੋ ਦੂਰੋਂ ਹੀ ਦਰਸ਼ਨ ਕਰਕੇ ਬਹੁਤ ਖੁਸ਼ ਹੋਏ ਹਨ। ਜਿਉ ਰਵ ਹੇਰ ਕਮਲ ਬਿਗਸਾਨਾ। ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜ ਜਾਂਦਾ ਹੈ, ਗੁਰੂ ਰੂਪ ਸੂਰਜ ਨੂੰ ਸੋ ਦੇਖ ਕਰਕੇ ਨੇਤਰ ਕਮਲ ਖਿੜ ਗਏ, ਹਿਰਦਾ ਕਮਲ ਖਿੜ ਗਿਆ ਹੈ। ਚਰਨ ਸਰੋਜਨ ਕੇ ਦ੍ਰਿਗ ਭੌਰ। ਇਸ ਪ੍ਰਕਾਰ ਗੁਰੂ ਸਾਹਿਬ ਦੇ ਚਰਨਾਂ ਦੇ ਕਮਲ ਤੇ ਆਪਣੇ ਨੇਤਰਾਂ ਨੂੰ ਭੌਰੇ ਟਿਕਾ ਦਿੱਤੇ ਹਨ। ਕਰੀ ਨਮੋ ਤੂਰਨ ਹੀ ਦੌਰ। ਤੇ ਭੱਜ ਕਰਕੇ ਆਣ ਕੇ ਮਹਾਰਾਜ ਦੇ ਚਰਨ ਪਕੜ ਲਏ ਹਨ। ਸਤਿਗੁਰ ਨੇ ਗਹਿ ਭੁਜਾ ਉਠਾਵਾ। ਗੁਰੂ ਸਾਹਿਬ ਨੇ ਬਾਹਾਂ ਤੋਂ ਫੜ ਕਰਕੇ ਉਠਾ ਲਿਆ ਹੈ। ਜਾਨ ਪ੍ਰੇਮ ਬਹੁ ਕੰਠ ਲਗਾਵਾ। ਬਹੁਤਾ ਪ੍ਰੇਮ ਜਾਣ ਕੇ ਗਲੇ ਨਾਲ ਲਾਇਆ ਮਹਾਰਾਜ ਨੇ। ਕਿਰਪਾ ਦ੍ਰਿਸ਼ਟ ਸੋ ਦੇਖਿਓ ਕੈਸੇ। ਤੋ ਮੇਰੇ ਸਤਿਗੁਰੂ ਨੇ ਫਿਰ ਮਿਹਰ ਭਰੀ ਨਿਗਾਹ ਨਾਲ ਤੱਕਿਆ ਹੈ। ਜਲਦ ਤ੍ਰਿਖਤ ਚਾਤਰਕ ਕੋ ਜੈਸੇ। ਜਿਸ ਤਰੀਕੇ ਦੇ ਨਾਲ ਪਿਆਸਾ ਹੋਵੇ ਬਬੀਹਾ ਤੇ ਜਿਸ ਤਰੀਕੇ ਸਵਾਂਤੀ ਬੂੰਦ ਨੂੰ ਤਰਸਦਾ ਹੈ, ਇਸ ਤਰ੍ਹਾਂ ਨਾਲ ਗੁਰੂ ਸਾਹਿਬ ਨੂੰ ਮਿਲੇ ਹਨ ਪ੍ਰੇਮ ਸਹਿਤ। ਸਨਮਾਨਤ ਸਨਮੁਖ ਥਿਰ ਥੀਵਾ। ਤੋ ਗੁਰੂ ਸਾਹਿਬ ਨੇ ਬੜਾ ਸਨਮਾਨ ਕੀਤਾ। ਤੋ ਮਹਾਰਾਜ ਦੇ ਚਰਨਾਂ ਵਿੱਚ ਟਿਕ ਕੇ ਖੜੇ ਹੋਏ ਹਨ। ਮਨੋ ਪ੍ਰੇਮ ਦੀਰਘ ਕੀ ਸੀਵਾ। ਮਾਨੋ ਕਿ ਮਹਾਨ ਜੋ ਪ੍ਰੇਮ ਹੈ ਉਸ ਦੀ ਹੱਦ ਹੈ ਇਸ ਵੇਲੇ।
ਐਸੇ ਪ੍ਰੇਮ ਦੀ ਹੱਦ ਵਿੱਚ ਖੜੇ ਗੁਰੂ ਚਰਨਾਂ ਦੇ ਵਿੱਚ ਸ਼ਰਧਾ ਸੰਪੰਨ ਸੋ ਦਰਸ਼ਨ ਕਰਦੇ ਹਨ। ਬੂਝਿਓ ਕਹੋ ਬਿਰਤਾਂਤ ਸੁਲਤਾਨ। ਇਸ ਪ੍ਰਕਾਰ ਹਜੂਰ ਨੇ ਹੁਕਮ ਕੀਤਾ, ਪੁੱਛਿਆ ਭਾਈ ਬਾਦਸ਼ਾਹ ਸਲਾਮਤ ਦਾ ਬਿਰਤਾਂਤ ਦੱਸ ਕਿਵੇਂ ਹੋਇਆ ਉੱਥੇ। ਕਿਮ ਦਿਜ ਬਾਹਜ ਕੀਨ ਬਖਾਨ। ਬ੍ਰਾਹਮਣਾਂ ਨੇ ਉੱਥੇ ਕੀ ਸਵਾਲ ਕਿਹਾ ਸੀ। ਤੁਮਨੇ ਕੋ ਉੱਤਰ ਦੋ ਮੋਰੇ। ਤੂੰ ਕਿਸ ਤਰੀਕੇ ਨਾਲ ਉੱਤਰ ਦੇ ਕਰਕੇ ਮੋੜਿਆ ਹੈ ਉਹਨਾਂ ਦੇ ਤਾਈ। ਕਿਮ ਅਕਬਰ ਕਹੈ ਕੀਨ ਸਹੋਰੇ। ਤੋ ਇਸ ਪ੍ਰਕਾਰ ਕਿਵੇਂ ਅਕਬਰ ਨੇ ਫਿਰ ਕਹਿ ਕੇ ਉਹਨਾਂ ਨੂੰ ਹੌਲੇ ਕੀਤਾ ਹੈ ਗੁਰੂ ਘਰ ਦੇ ਦੁਖੀਆਂ ਨੂੰ। ਹਾਥ ਜੋਰ ਬਿਰਤਾਂਤ ਬਖਾਨਾ। ਤੇ ਹੱਥ ਜੋੜ ਕੇ ਸ਼ਰਧਾ ਸੰਪੰਨ ਹੋ ਕੇ ਬੇਨਤੀ ਕੀਤੀ ਸਤਿਗੁਰਾਂ ਨੂੰ। ਸੁਨੋ ਪ੍ਰਭੂ ਕਿਸ ਜਾਏ ਨਾ ਜਾਣਾ। ਇਹ ਮੇਰੇ ਸਤਿਗੁਰੂ ਜੀ ਸੁਣੋ, ਕੁਛ ਵੀ ਜਾਣਿਆ ਨਹੀਂ ਜਾਂਦਾ ਹੈ। ਪਾਠ ਕਰਨ ਗਾਇਤਰੀ ਚਾਹਿਓ। ਉਹਨਾਂ ਨੇ ਇੱਛਾ ਕੀਤੀ ਸੀ ਵੀ ਗਾਇਤਰੀ ਮੰਤਰ ਦਾ ਪਾਠ ਸੁਣਾਉਣ। ਸਭ ਨਰ ਅਰ ਅਕਬਰ ਨੇ ਕਹਿਓ। ਤੋ ਸਾਰੇ ਉਹਨਾਂ ਲੋਕਾਂ ਨੇ ਤੇ ਅਕਬਰ ਨੇ ਵੀ ਹੁਕਮ ਕੀਤਾ ਤੁਸੀਂ ਗਾਇਤਰੀ ਮੰਤਰ ਸੁਣਾਓ। ਨਹਿ ਮੈਂ ਜਾਣਤ ਹੁਤੋ ਅਗਾਰੀ। ਪਹਿਲਾਂ ਤੇ ਮਹਾਰਾਜ ਨਾ ਕਦੇ ਪੜ੍ਹਿਆ ਤੇ ਨਾ ਕਦੇ ਮੈਂ ਜਾਣਦਾ ਹੀ ਸੀ, ਪਰ ਉਹ ਜਦੋਂ ਕਿਹਾ ਉਹਨਾਂ ਨੇ ਬਾਤ ਸੰਭਾਰ ਤੁਮ ਭੁਜਾ ਨਿਹਾਰੀ। ਤੇ ਮਹਾਰਾਜ ਆਪ ਜੀ ਦਾ ਬਚਨ ਸੰਭਾਲ ਕੇ ਮੈਂ ਸੱਜੀ ਬਾਹ ਵੱਲ ਤੱਕਿਆ ਜਦੋਂ। ਸਰਬ ਗਿਆਤ ਤਤ ਛਿਨ ਹੋਏ ਆਇਬ। ਤੇ ਸਾਰਾ ਹੀ ਗਿਆਨ ਝੱਟ ਹੀ ਮੈਨੂੰ ਪ੍ਰਾਪਤ ਹੋ ਗਿਆ ਜੀ। ਪੂਰਬੋ ਓੰਕਾਰ ਸੁਨਾਇਬ। ਤੋ ਇਸ ਪ੍ਰਕਾਰ ਗਾਇਤਰੀ ਮੰਤਰ ਸੁਣਾਇਆ ਅਰਥਾਂ ਦੇ ਸਮੇਤ। ਫਿਰ ਕਹਿੰਦੇ ਵੀ ਇੱਕ ਓੰਕਾਰ ਜਿਸ ਵੇਲੇ ਸੁਣਾਇਆ ਨਾ ਬਾਣੀ ਦਾ ਮੰਤਰ। ਸੁਨ ਧੁਨ ਚਕਰਤ ਚਿਤ ਮਹਿ ਚਮਕੇ। ਜਿਸ ਵੇਲੇ ਕਹਿੰਦੇ ਧੁਨੀ ਇੱਕ ਓੰਕਾਰ ਦੀ ਉਠਾਈ ਨਾ ਤੇ ਉਸ ਨੂੰ ਸੁਣ ਕਰਕੇ ਚਮਤਕਾਰੀ ਭਾਵ ਵਿੱਚ ਐਸਾ ਪ੍ਰਭਾਵ ਪਿਆ ਉਹਨਾਂ ਤੇ। ਸਕਿਓ ਨਾ ਕਹਿ ਕੋ ਤਬ ਬਚ ਸਮ ਕੇ। ਮਹਾਰਾਜ ਬਰਾਬਰ ਫਿਰ ਬਚਨ ਕੋਈ ਕਰ ਹੀ ਨਹੀਂ ਸਕਿਆ। ਸੋ ਮੂਲ ਮੰਤਰ ਦੇ ਬਰਾਬਰ ਹੁਣ ਕਿਹੜਾ ਸ਼ਬਦ ਹੋਵੇ ਤੇ ਕੀ ਉਹ ਆਖਣ। ਸਤਿਗੁਰ ਧੰਨ ਬਖਾਨਤ ਸਾਹੂ। ਤੇ ਮੇਰੇ ਸਤਿਗੁਰੂ ਕਹਿੰਦੇ ਵੀ ਧੰਨ ਹੈ ਅਕਬਰ ਬਾਦਸ਼ਾਹ। ਭਾ ਪ੍ਰਤਾਪ ਤੁਮਰੋ ਸਭ ਮਾਹੂ। ਜੋ ਕਹਿੰਦਾ ਹੈ ਇਸ ਪਰ ਸਤਿਗੁਰਾਂ ਨੂੰ ਮਹਾਰਾਜ ਧੰਨ ਹੋ, ਆਪ ਜੀ ਦਾ ਪ੍ਰਤਾਪ ਛਾਇਆ ਹੈ ਸਾਰਾ ਇਹ। ਇੱਕ ਪਾਠਬੋ ਗਾਇਤਰੀ ਤਬੈ। ਤੇ ਇੱਕ ਤਾਂ ਗਾਇਤਰੀ ਮੰਤਰ ਇੱਥੋਂ ਹੁਣ ਦੇਖੋ ਭਾਵ ਪਤਾ ਲੱਗਦਾ ਹੈ। ਇਹਨਾਂ ਨੇ ਉਂਗਲ ਉਠਾਈ ਸੀ ਮੰਤਰ ਤੇ ਵੀ ਗਾਇਤਰੀ ਮੰਤਰ। ਤੇ ਹੁਣ ਇਸ ਪ੍ਰਕਾਰ ਅਕਬਰ ਦੀ ਸਭਾ ਦੇ ਵਿੱਚ ਸੋ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਗਾਇਤਰੀ ਮੰਤਰ ਤੇ ਇਧਰੋਂ ਮੂਲ ਮੰਤਰ, ਇਹਦਾ ਫਰਕ ਜਿਹੜਾ ਸੀ ਨਾ ਇਹ ਉੱਥੇ ਸਿੱਧ ਕਰਕੇ ਦਿਖਾ ਦਿੱਤਾ ਹੈ। ਭਏ ਮੋਨ ਨਹਿ ਬੋਲੇ ਸਭੈ। ਮਹਾਰਾਜ ਐਸਾ ਪ੍ਰਤਾਪ ਆਪ ਜੀ ਦਾ ਵਰਤਿਆ ਕਿ ਫਿਰ ਸਾਰਿਆਂ ਦੇ ਮੂੰਹ ਹੀ ਬੰਦ, ਮੌਨ ਹੋ ਗਏ, ਮਹਾਰਾਜ ਬੋਲ ਨਾ ਸਕੇ। ਫਿਰ ਸੁਨ ਸਤਿਗੁਰ ਪ੍ਰਸੰਨ ਮਹਾਨਾ। ਮੇਰੇ ਸਤਿਗੁਰੂ ਜੀ ਸੁਣ ਕੇ ਬਹੁਤ ਖੁਸ਼ ਹੋਏ ਹਨ। ਬੂਝਿਓ ਹਮ ਹਿਤ ਕਿਆ ਤੁਮ ਆਨਾ। ਮਹਾਰਾਜ ਜਾਣੀ ਜਾਣ ਕਹਿੰਦੇ ਫਿਰ ਸਾਡੇ ਵਾਸਤੇ ਕੀ ਲਿਆਇਆ ਤੂੰ ਲਾਹੌਰ ਤੋਂ। ਨਗਰ ਵਿਸਾਲ ਵਿਖੇ ਚੱਲ ਗਇਓ। ਐਡੇ ਵੱਡੀ ਨਗਰੀ ਸ਼ਹਿਰ ਵਿੱਚ ਗਏ ਸੀ ਤੁਸੀਂ। ਕਿਆ ਵਸਤੂ ਤਹਿ ਲਿਆਵਤ ਭਇਓ। ਕੀ ਵਸਤੂ ਲਿਆਂਦੀ ਸਾਡੇ ਵਾਸਤੇ। ਹਾਥ ਜੋੜ ਕਹਿ ਤੁਮ ਸਭ ਜਾਨੋ। ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਤੁਸੀਂ ਜਾਣਦੇ ਹੀ ਹੋ ਸਾਰਾ ਕੁਝ ਜੀ। ਜਥਾ ਬਸਤਰ ਪਹਿਰਾਵਨ ਠਾਨੋ। ਮਹਾਰਾਜ ਮੈਂ ਬਸਤਰ ਵੀ ਤੁਹਾਨੂੰ ਪਹਿਰਾਏ ਸਨ। ਬਿਨਾ ਮੋਲ ਤੇ ਅਰਪਣ ਕਰੇ। ਬਿਨਾਂ ਹੀ ਮੁੱਲ ਤੋਂ ਮਹਾਰਾਜ ਆਪ ਜੀ ਨੂੰ ਮੈਂ ਅਰਪਣ ਕੀਤੇ ਸਨ। ਰਾਵਰ ਉਚਿਤ ਜਾਣ ਕਰ ਖਰੇ। ਖੜੇ ਹੋ ਕਰਕੇ ਮੈਂ ਖਰੇ ਚੰਗੇ ਜਾਣ ਕਰਕੇ ਤੁਹਾਡੇ ਯੋਗ ਸਮਝ ਕਰਕੇ ਅਰਪਣ ਕੀਤੇ ਸੀ ਧਿਆਨ ਦੇ ਨਾਲ। ਬਿਨ ਰੁਤ ਫਲ ਰਸਾਲ ਕੋ ਆਗੇ। ਤੇ ਫਿਰ ਉਸ ਤੋਂ ਅੱਗੇ ਮਹਾਰਾਜ ਬੇਰੁੱਤਾ ਜੋ ਰਸਾਲ ਅੰਬ ਦਾ ਫਲ ਸੀ ਉਹ ਪਿਖਤ ਭਇਓ ਬਹੁ ਸੁੰਦਰ ਲਾਗੇ। ਬੜਾ ਸੁੰਦਰ ਲੱਗਿਆ ਮਹਾਰਾਜ ਆਪ ਜੀ ਵਾਸਤੇ ਮੈਨੂੰ। ਆਨਿ ਮੋਲ ਆਪ ਕੇ ਕਾਰਨ। ਮੈਂ ਮੁੱਲ ਦੇ ਕਰਕੇ ਆਪ ਜੀ ਵਾਸਤੇ ਲਿਆਂਦਾ ਸੀ। ਤੂਰਨ ਕੀਨਸ ਪੰਥ ਪਧਾਰਨ। ਬੜੀ ਤੇਜ਼ੀ ਨਾਲ ਰਸਤੇ ਵਿੱਚ ਮੈਂ ਚੱਲ ਕੇ ਆਇਆ। ਨਿਕਟ ਰਹਿਓ ਪੁਰ ਆਪਣੇ ਆਵਨ। ਤੋ ਆਪ ਜੀ ਦੀ ਪੁਰੀ ਦੇ ਨੇੜੇ ਜਦੋਂ ਪਹੁੰਚ ਗਿਆ ਸਾਂ ਤਾਂ ਉਤੋ ਪਾਕ ਰਸ ਲਾਗ ਚੁਵਾਵਨ। ਤੋ ਜਿਸ ਵੇਲੇ ਪੱਕਾ ਹੋਇਆ ਅੰਬ ਸੀ ਉਹਦਾ ਰਸ ਹੀ ਚੋਣ ਲੱਗ ਪਿਆ। ਜਿਸ ਵੇਲੇ ਫੂਟ ਗਇਓ ਰਸ ਨਿਕਸਤ ਜਾਨਾ। ਤੋ ਮੈਂ ਜਾਣਿਆ ਹੁਣ ਅੰਬ ਫੁੱਟ ਗਿਆ, ਰਸਾ ਚੋਣ ਲੱਗ ਗਿਆ ਜਦੋਂ ਜਾਣ ਲਿਆ। ਪਹੁੰਚੋ ਭਾਰੋਂ ਵਾਲ ਸਥਾਨਾ। ਇਹ ਭਰੋਵਾਲ ਸਥਾਨ ਤੇ ਜਦੋਂ ਪਹੁੰਚ ਗਏ ਤਾਂ ਅਰਪਿਓ ਧਾਰ ਕਰ ਧਿਆਨ ਤੁਮਾਰਾ। ਤੇ ਤੁਹਾਡਾ ਧਿਆਨ ਧਾਰਨ ਕਰਕੇ ਮਹਾਰਾਜ ਮੈਂ ਤੁਹਾਨੂੰ ਅਰਪਣ ਕੀਤਾ ਸੀ। ਹੋਏ ਨਿਸੰਕ ਨਿਜ ਮੁਖ ਮਹਿ ਡਾਰਾ। ਫਿਰ ਨਿਸ਼ੰਕ ਹੋ ਕੇ ਮਹਾਰਾਜ ਆਪ ਜੀ ਕੋਲ ਅਰਦਾਸ ਕਰਕੇ ਫਿਰ ਮੁਖ ਵਿੱਚ ਚੂਸ ਲਿਆ। ਪੂਰਨ ਸਭ ਘਟ ਵਿਖੇ ਕਿਰਪਾਲ। ਇਹ ਮੇਰੇ ਸਤਿਗੁਰੂ ਜੀ ਤੁਸੀਂ ਘਟਾ ਘਟਾਂ ਵਿੱਚ ਵਸਦੇ ਹੋ। ਰਾਖੋ ਸ਼ਰਧਾ ਜਨ ਸਭ ਕਾਲ। ਆਪਣੇ ਸੇਵਕਾਂ ਦੀ ਸ਼ਰਧਾ ਨੂੰ ਹਮੇਸ਼ਾ ਕਾਇਮ ਰੱਖਦੇ ਹੋ। ਅਰਪਤ ਜੈ ਤੁਮ ਕੋ ਜਨ ਲੋਗ। ਜਿਹੜੇ ਤੁਹਾਡੇ ਜਨ ਸੇਵਕ ਗੁਰਸਿੱਖ ਲੋਕ ਜੋ ਵੀ ਆਪ ਜੀ ਨੂੰ
ਸ਼ਰਧਾ ਦੇ ਨਾਲ, ਭਾਵਨਾ ਨਾਲ ਅਰਪਣ ਕਰਦੇ ਹਨ। ਭੋਗਤ ਹੋ ਇਹ ਰਾਵਰ ਜੋਗ, ਆਪ ਜੀ ਭੋਗ ਲਾਉਂਦੇ ਹੋ, ਉਸ ਨੂੰ ਧਾਰਨ ਕਰਦੇ ਹੋ, ਆਪ ਜੀ ਦੇ ਯੋਗ ਹੈ ਇਹ। ਪ੍ਰੇਮ ਮਗਨ ਸਤਿਗੁਰੂ ਸੁਨਾਇਬ, ਤੇ ਪ੍ਰੇਮ ਚ ਮਗਨ ਹੋ ਕਰਕੇ ਮੇਰੇ ਸਤਿਗੁਰਾਂ ਨੇ ਬਚਨ ਕੀਤਾ ਫਿਰ। ਫਲ ਰਸਾਲ ਜੋ ਮਮ ਹਿਤ ਲਿਆਇਬ, ਭਾਈ ਜਿਹੜਾ ਸਾਡੇ ਵਾਸਤੇ ਤੂੰ ਫਲ ਲਿਆਂਦਾ ਸੀ ਨਾ, ਸੋ ਹਮ ਖਾਇਓ ਗੂਠਲੀ ਧਰੀ, ਅਸੀਂ ਉਹ ਖਾਧਾ ਹੈ, ਜਿਹੜਾ ਅੰਬ ਦਾ ਫਲ ਸੀ, ਉਹਦੀ ਗਿਟਕ ਵੀ ਅਸੀਂ ਸਾਂਭ ਕੇ ਰੱਖੀ ਹੋਈ ਹੈ। ਬੱਲੂ ਤਬਹਿ ਦਿਖਾਵਨ ਕਰੀ, ਭਾਈ ਬੱਲੂ ਜੀ ਨੇ ਲਿਆਣ ਕਰਕੇ ਸੰਗਤ ਵਿੱਚ ਦਿਖਾ ਦਿੱਤੀ ਵੀ ਆਹ ਦੇਖੋ, ਜਿਹੜਾ ਅੰਬ ਤੁਸੀਂ ਗੁਰੂ ਨੂੰ ਅਰਪਣ ਕੀਤਾ ਸੀ ਨਾ, ਅਰਦਾਸ ਕੀਤੀ ਸੀ, ਗੁਰੂ ਨੇ ਚੂਸਿਆ ਹੈ। ਰਾਮਦਾਸ ਅਰ ਨਰ ਗਨ ਸਾਰੇ, ਤੋ ਰਾਮਦਾਸ ਮਹਾਰਾਜ ਤੇ ਸਾਰੇ ਹੋਰ ਜਿੰਨੀ ਸੰਗਤ ਸੀ, ਖੇਰਤ ਅਚਰਜ ਥਿਰੇ ਵਿਚਾਰੇ, ਤੇ ਸਾਰਿਆਂ ਨੇ ਇਹ ਕੌਤਕ ਵੇਖ ਕਰਕੇ ਹੈਰਾਨ ਹੋ ਗਏ ਵੀ ਇਹ ਮੇਰੇ ਸਤਿਗੁਰੂ ਦੀ ਖੇਲ ਕੈਸੀ ਹੈ। ਤੋ ਸਾਧ ਸੰਗਤ, ਇਹ ਮੇਰੇ ਸਤਿਗੁਰੂ ਦੀ ਇਹ ਸਮਰੱਥਾ ਹੈ, ਕੋਈ ਪਖੰਡੀ ਤਾਂ ਐਸਾ ਨਹੀਂ ਕਰ ਸਕਦਾ। ਸਾਹਿਬ ਗੁਰੂ ਨਾਨਕ ਤੇ ਵੀ ਸਵਾਲ ਹੋਇਆ ਸੀ ਨਾਨਕ ਪ੍ਰਕਾਸ਼ ਦੇ ਵਿੱਚ ਕਿ ਮਹਾਰਾਜ ਤੇ ਤੁਸੀਂ ਕਈ ਦਿਨ ਭੋਜਨ ਛਕਦੇ ਹੀ ਨਹੀਂ, ਤੇ ਤੁਸੀਂ ਮਹਾਰਾਜ ਕਿਸ ਆਸਰੇ ਸਰੀਰ ਨੂੰ ਚਲਾਉਂਦੇ ਹੋ। ਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਸੀ ਕਿ ਜਿਹੜੇ ਮੇਰੇ ਭਾਵਨਾ ਵਾਲੇ ਗੁਰੂ ਕੇ ਸਿੱਖ ਭੋਜਨ ਛਕਣ ਵੇਲੇ ਅਰਦਾਸ ਕਰਕੇ ਸਾਨੂੰ ਭੋਗ ਲਵਾ ਕੇ ਜਿਹੜੇ ਛਕਦੇ, ਕਹਿੰਦੇ ਸਾਨੂੰ ਪਹੁੰਚਦਾ ਹੈ, ਅਸੀਂ ਉਹਦੇ ਨਾਲ ਤ੍ਰਿਪਤ ਰਹਿੰਦੇ ਹਾਂ। ਤੇ ਇਹ ਹੁਣ ਸਤਿਗੁਰੂ ਅਮਰਦਾਸ ਮਹਾਰਾਜ ਸਮਰੱਥ ਨੇ, ਇਹਨਾਂ ਨੇ ਇਹ ਹੁਣ ਜਿਹੜਾ ਅਸੀਂ ਪ੍ਰਗਟ ਕਰਕੇ ਦਿਖਾ ਦਿੱਤਾ ਹੈ ਕਿ ਭਾਵਨਾ ਸਹਿਤ ਗੁਰੂ ਨੂੰ ਅਰਪਣ ਹੋਇਆ ਕੋਈ ਵੀ ਪ੍ਰਸ਼ਾਦ ਗੁਰੂ ਨੂੰ ਪੁੱਜਦਾ ਤੇ ਗੁਰੂ ਪਾਤਸ਼ਾਹ ਧਾਰਨ ਕਰਦੇ ਹਨ। ਤੇ ਗੁਰੂ ਸਾਹਿਬ ਨੇ ਇੱਕ ਕੁਦਰਤ ਦਾ ਨਿਯਮ ਵੀ ਬਾਣੀ ਵਿੱਚ ਪ੍ਰਗਟ ਕੀਤਾ ਹੈ। ਤੋ ਜਿਸ ਤਰ੍ਹਾਂ ਮੇਰੇ ਸਾਧੂ ਸਾਡੇ ਨਿਤਨੇਮ ਦੀ ਬਾਣੀ ਵਿੱਚ ਜ਼ਿਕਰ ਕੀਤਾ ਕਿ ਜਿਹੜੀਆਂ ਕੂੰਜਾਂ ਨੇ ਸਰਦੀ ਦੇ ਦਿਨਾਂ ਵਿੱਚ ਸੋ ਪਹਾੜਾਂ 'ਚ ਰਹਿੰਦੀਆਂ ਨੇ, ਉੱਥੇ ਆਪਣੇ ਆਂਡੇ ਦੇ ਜਾਂਦੀਆਂ ਨੇ। ਜਦੋਂ ਬਰਫ਼ ਪੈ ਜਾਂਦੀ ਹੈ ਉਹ ਮੈਦਾਨੀ ਇਲਾਕੇ ਵਿੱਚ ਚਲੀਆਂ ਊਡੇ ਆਵੇ ਸੈਂਕੜੇ ਕੋਹਾਂ ਤੇ ਚਲੀਆਂ ਜਾਂਦੀਆਂ ਨੇ, ਪਰ ਉਹ ਆਪਣਾ ਧਿਆਨ ਜਿਹੜਾ ਨਾ ਉਹ ਆਪਣੇ ਆਂਡਿਆਂ ਵਿੱਚ ਰੱਖਦੀਆਂ ਨੇ। ਤੇ ਇਸ ਪ੍ਰਕਾਰ ਉਹਨਾਂ ਦੇ ਧਿਆਨ ਦੇ ਨਾਲ ਆਂਡੇ ਪੱਕ ਜਾਂਦੇ ਬਰਫ਼ 'ਚ ਦੱਬੇ ਹੋਏ, ਉਹਨਾਂ ਵਿੱਚੋਂ ਬੱਚੇ ਨਿਕਲ ਆਉਂਦੇ ਹੈ। ਤੇ ਫਿਰ ਤਿੰਨ ਕਮਣ ਖੁਲਾਵੇ ਕਮਣ ਚੁੰਗਾਵੇ ਮਨ ਮੈਂ ਸਿਮਰਨ ਕਰੇ। ਕੀ ਉਹਨਾਂ ਨੂੰ ਖੁਰਾਕ ਕਿੱਥੋਂ ਮਿਲਦੀ ਹੈ? ਕਹਿੰਦੇ ਕੂੰਜ ਚੁਗੈ ਚਿਤਾਰੇ ਭੀ ਚੁਗੈ ਚੁੰਗ ਚੁੰਗ ਚਿਤਾਰੇ। ਉਹ ਚੋਗਾ ਚੁਗਦੀ ਹੈ ਤੇ ਬੱਚਿਆਂ ਨੂੰ ਧੌਣ ਉੱਚੀ ਕਰਕੇ ਉਦੋਂ ਨੂੰ ਚੇਤੇ ਕਰਦੀ ਹੈ, ਬੋਲਦੀ ਹੈ। ਉਹ ਕੂੰਜ ਨੇ ਆਪਣੇ ਧਿਆਨ ਨਾਲ ਭੋਜਨ ਵੀ ਉਹਨਾਂ ਨੂੰ ਜਿਹੜਾ ਪਹੁੰਚਾ ਦਿੱਤਾ ਹੈ, ਤੇ ਆਪਣੇ ਧਿਆਨ ਦੇ ਨਾਲ ਬੱਚਿਆਂ ਦੀ ਪਰਵਰਿਸ਼ ਵੀ ਕਰੀ ਜਾ ਰਹੀ ਹੈ। ਇਹ ਹੈ ਧਿਆਨ ਦਾ ਸਾਧਨ। ਇਸ ਪ੍ਰਕਾਰ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਦਾ ਨਿਯਮ ਹੈ ਕਿ ਪਸ਼ੂ ਪੰਛੀਆਂ ਦੇ ਵਿੱਚ ਵੀ ਇਹ ਧਿਆਨ ਵਿੱਚ ਸ਼ਕਤੀ ਪਾਈ ਹੈ ਕਿ ਇਹ ਆਪਣਿਆਂ ਦੀ ਰੱਖਿਆ ਕਰਨੀ ਤੇ ਉਹਨਾਂ ਦੀ ਪਾਲਣਾ ਕਰਨੀ ਧਿਆਨ ਦੇ ਨਾਲ ਵੀ ਹੋ ਸਕਦੀ ਹੈ। ਤੇ ਸਮਰੱਥ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਸਿੱਧ ਕਰਕੇ ਵਿਖਾਇਆ ਹੈ। ਸ੍ਰੀ ਸਤਿਗੁਰ ਨਿਤ ਭਾਉ ਅਧੀਨਾ, ਮੇਰੇ ਸਤਿਗੁਰੂ ਪਾਤਸ਼ਾਹ ਸੋ ਪ੍ਰੇਮ ਦੇ ਹੀ ਵਸ ਹਨ ਹਮੇਸ਼ਾ। ਸਬਨ ਪ੍ਰਬੀਨਨ ਲੀਨਸ ਚੀਨਾ, ਜਿਹੜੇ ਸਿਆਣੇ ਸਨ ਉਹਨਾਂ ਨੇ ਜਾਣ ਲਿਆ ਕਿ ਮੇਰੇ ਗੋਬਿੰਦ ਭਾਉ ਭਗਤ ਦਾ ਭੁੱਖਾ ਪ੍ਰੇਮ ਦੇ ਵਸ ਹਨ ਮੇਰੇ ਸਤਿਗੁਰੂ। ਬੰਦਤ ਲਖੀ ਨਾ ਜਾਵਹਿ ਲੀਲਾ, ਤੇ ਸਾਰਿਆਂ ਨੇ ਹੱਥ ਜੋੜ ਕੇ ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਤੁਹਾਡੇ ਕੌਤਕਾਂ ਨੂੰ ਕੋਈ ਜਾਣ ਨਹੀਂ ਸਕਦਾ ਹੈ। ਪਾਰ ਬ੍ਰਹਮ ਸ੍ਰੀ ਗੁਰੂ ਗਹੀਲਾ, ਮੇਰੇ ਸਤਿਗੁਰੂ ਜੀ ਪਾਰ ਬ੍ਰਹਮ ਦਾ ਰੂਪ ਹਨ, ਗਹੀਲਾ ਬਹੁਤ ਭਾਰੀ ਹਨ। ਸਿੱਖਨ ਹਿਤ ਅਚਰਜ ਦਿਖਰਾਵਤ, ਇਹ ਮਹਾਰਾਜ ਸਿੱਖ ਸੰਗਤਾਂ ਨੂੰ ਸ਼ਰਧਾ ਭਰੋਸਾ ਦੇਣ ਵਾਸਤੇ ਅਚਰਜ ਕੌਤਕ ਐਸੇ ਵਿਖਾਉਂਦੇ ਹਨ। ਸਦਾ ਪ੍ਰੇਮ ਬਸ ਇਹੀ ਜਨਾਵਤ, ਤੇ ਪਰ ਸਾਰੇ ਕੌਤਕ ਕਰਨ ਦਾ ਸਿੱਟਾ ਇਹੀ ਹੁੰਦਾ ਹੈ ਕਿ ਭਾਈ ਗੁਰੂ ਪਾਤਸ਼ਾਹ ਪ੍ਰੇਮ ਦੇ ਹੀ ਵਾਸਾ ਹਨ। ਗੁਰੂ ਪ੍ਰੇਮ ਭਾਵਨਾ ਹੀ ਲੋੜਦੇ ਹਨ। ਦੋਹਰਾ ਸ੍ਰੀ ਸਤਿਗੁਰ ਇਸ ਰੀਤ ਨਿਤ, ਇਸ ਤਰੀਕੇ ਦੇ ਨਾਲ ਮੇਰੇ ਸਤਿਗੁਰੂ ਪਾਤਸ਼ਾਹ ਨਿਤਾ ਪ੍ਰਤੀ ਕਰਤ ਸਿੱਖਨ ਕਲਿਆਣ, ਗੁਰਸਿੱਖਾਂ ਦੀ ਕਲਿਆਣ ਕਰਦੇ ਹਨ, ਮੁਕਤੀ ਦਾਨ ਬਖਸ਼ਦੇ ਹਨ। ਨਾਮ ਦਾਨ ਦੇ ਮੁਕਤ ਹਿਤ, ਮੁਕਤੀ ਦੇਣ ਵਾਸਤੇ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹਨ। ਜਾਹਰ ਜੋਤ ਜਹਾਨ, ਮੇਰੇ ਸਤਿਗੁਰੂ ਜੀ ਦੀ ਜਾਹਰ ਜੋਤ ਪ੍ਰਗਟ ਹੀ ਜੋਤ ਹੈ ਜਹਾਨ ਸੰਸਾਰ ਦੇ ਵਿੱਚ। ਸੋਰਠਾ ਦਰਸ਼ਨ ਪੁਰਬ ਭੀਚ ਪੁੰਨ, ਤਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦਾ ਦਰਸ਼ਨ ਜੋ ਅਵਿਚਿਤ ਜੋ ਨਛੱਤਰ ਦੀ ਨਿਆਈ ਇਹ ਪਵਿੱਤਰ ਮੰਨਿਆ ਹੈ। ਇਸ ਪ੍ਰਕਾਰ
ਭਾਵ ਜਿਸ ਤਰ੍ਹਾਂ ਇਸ ਨਛੱਤਰ ਦੇ ਵਿੱਚ ਤੀਰਥਾਂ ਤੇ ਲੋਕ ਇਸ਼ਨਾਨ ਕਰਕੇ ਪਵਿੱਤਰਤਾ ਮੰਨਦੇ, ਮੇਰੇ ਗੁਰੂ ਦਾ ਦਰਸ਼ਨ ਹੀ ਐਸਾ ਪਵਿੱਤਰ ਹੈ। ਦਰਸ਼ਨ ਪੁਰਬ ਭੀਚ ਪਨ ਰੂਪ ਤੀਰਥ ਗੁਰੂ। ਤੇ ਮੇਰੇ ਸਤਿਗੁਰੂ ਜੀ ਤੀਰਥ ਰੂਪ ਹਨ। ਸਤਿਗੁਰੂ ਜੀ ਮਿਟਹਿ ਜਨਮ ਅਰ ਮੈਂ ਮੀਚ ਮਜਹਿ ਜੇ ਪ੍ਰੇਮੀ ਭਗਤ। ਜਿਹੜੇ ਪ੍ਰੇਮ ਵਾਲੇ ਭਗਤ ਹਨ, ਗੁਰੂ ਦੇ ਦਰਸ਼ਨਾਂ ਦੇ ਵਿੱਚ ਜਿਹੜੇ ਇਸ਼ਨਾਨ ਕਰਦੇ ਆ, ਦਰਸ਼ਨ ਕਰਦੇ ਹਨ, ਉਹਨਾਂ ਦਾ ਜਨਮ ਤੇ ਮਰਨ ਮਿਟ ਜਾਂਦਾ ਹੈ। ਚਉਪਈ ਨਿਰਮਲ ਗਿਆਨ ਜਾਹੇ ਬਰਬਾਰੀ। ਤੋ ਇਸ ਪ੍ਰਕਾਰ ਜੋ ਨਿਰਮਲ ਉਜਲ ਗਿਆਨ ਪਰਮੇਸ਼ਵਰ ਦਾ, ਇਹੋ ਹੀ ਸੋਹਣਾ ਜਲ ਹੈ ਮਹਾਰਾਜ ਦਰਸ਼ਨਾਂ ਵਿੱਚ। ਜੋਗ ਵਿਰਾਗ ਕੂਲ ਸੁਖਕਾਰੀ। ਜੋਗ ਤੇ ਵਿਰਾਗ ਦੇ ਕਿਨਾਰੇ ਹਨ ਉਸ ਪਵਿੱਤਰ ਨਦੀ ਦੇ। ਸਿੱਖ ਸੰਗਤ ਜਲ ਜੰਤ ਅਨੇਕਾ। ਸਿੱਖ ਸੰਗਤਾਂ ਇਹ ਜਲ ਜੰਤੂ ਹਨ ਮੇਰੇ ਸਤਿਗੁਰੂ ਰੂਪ ਤੀਰਥ ਦੇ। ਸਮ ਦਮ ਸਤ ਸੰਤੋਖ ਵਿਵੇਕਾ। ਸਮ ਦਮ ਸਾਧਨ ਜਿਹੜੇ ਨੇ ਤੇ ਸੰਤੋਖ ਤੇ ਵਿਵੇਕ ਗਿਆਨ, ਇਹ ਜਿਹੜੇ ਸੁੰਦਰ ਗੁਣ ਹਨ। ਸੁਤ ਸੰਜਮ ਇਸ਼ਨਾਨ ਸੋ ਰੋ ਧਿਆਨਾ। ਤੋ ਸੁਚਮ ਰੱਖਣੀ ਹੈ, ਸੰਜਮ ਰੱਖਣਾ ਹੈ, ਧਿਆਨ ਜੋੜਨਾ ਗੁਰੂ ਵਿੱਚ। ਇਹੋ ਸਭ ਖੀਰੇ ਕਮਲ ਬਿਦ ਨਾਨਾ। ਇਹ ਨਾਨਾ ਪ੍ਰਕਾਰ ਦੇ ਕਮਲ ਖਿੜੇ ਹੋਏ ਜਾਣ ਲਓ ਗੁਰੂ ਰੂਪ ਤੀਰਥ ਤੇ। ਕਾਲ ਮਲ ਕਾਲ ਕੇ ਕਾਲ ਮਲੀਨਾ। ਕਲਯੁਗ ਦੇ ਸਮੇਂ ਵਿੱਚ ਮੈਲੇ ਜਿਹੜੇ ਪਾਪ ਹਨ ਕਾਲੇ, ਦਰਸ਼ਨ ਮੱਜਨ ਤੇ ਕਰਹੀਨਾ। ਗੁਰੂ ਸਾਹਿਬ ਦੇ ਦਰਸ਼ਨ ਰੂਪ ਇਸ਼ਨਾਨ ਕਰਨ ਦੇ ਨਾਲ ਇਹ ਸਾਰੇ ਹੀ ਪਾਪ ਟਲ ਜਾਂਦੇ ਹਨ। ਸ਼ੀਤਲਤਾ ਮੁਕਤੀ ਜਿਸ ਮਾਹੀ। ਤੇ ਮੇਰੇ ਸਤਿਗੁਰਾਂ ਦੇ ਦਰਸ਼ਨ ਕਰਨ ਵਿੱਚ ਜਿਹੜੀ ਸ਼ਾਂਤੀ ਹੈ, ਸ਼ਾਂਤੀ ਰੂਪ ਮੁਕਤੀ ਮਿਲਦੀ ਹੈ। ਵੱਡੇ ਭਾਗ ਪ੍ਰਾਪਤ ਹੋਏ ਤਾਹੀ। ਜਿਨ੍ਹਾਂ ਦੇ ਵੱਡੇ ਹੀ ਭਾਗ ਹੋਣ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਅਸ ਸਤਿਗੁਰ ਤੀਰਥ ਅਤ ਪਾਵਨ। ਇਉਂ ਮੇਰੇ ਸਤਿਗੁਰੂ ਅਤਿਅੰਤ ਹੀ ਪਵਿੱਤਰ ਤੀਰਥ ਹਨ ਜੀ। ਇਛਤ ਭੇ ਛਿਤ ਤੀਰਥ ਜਾਵਨ। ਐਸੇ ਪਵਿੱਤਰ ਸਤਿਗੁਰੂ ਜੀ ਹਨ ਤੇ ਇੱਛਾ ਕੀਤੀ ਹੈ ਤੀਰਥਾਂ ਤੇ ਜਾਣ ਵਾਸਤੇ। ਗੰਗਾ ਆਦਿਕ ਤੀਰਥ ਜੇਈ। ਗੰਗਾ ਆਦਿਕ ਜਿਹੜੇ ਤੀਰਥ ਸਨ ਨਾ, ਮੱਝਹਿ ਕਲੀ ਕਾਲ ਨਰ ਤੇਈ। ਇਹਨਾਂ ਤੀਰਥਾਂ ਨੇ ਫਰਿਆਦ ਕੀਤੀ ਗੁਰੂ ਚਰਨਾਂ ਦੇ ਵਿੱਚ ਕਿ ਮਹਾਰਾਜ ਕਲਯੁਗ ਦੇ ਪਾਪੀ ਲੋਕ ਸਾਡੇ ਵਿੱਚ ਆਣ ਕੇ ਇਸ਼ਨਾਨ ਕਰਦੇ ਹਨ। ਅਨਗਨ ਪਾਪ ਤਜੈ ਤਿਨ ਮਾਹੀ। ਆਣ ਕਰਕੇ ਤੀਰਥਾਂ ਵਿੱਚ ਇਸ਼ਨਾਨ ਕਰਕੇ ਸੋ ਪਾਪ ਆਪਣੇ ਧੋ ਕੇ ਪਾ ਜਾਂਦੇ ਹਨ ਨਦੀਆਂ ਤੀਰਥਾਂ ਵਿੱਚ। ਤਿਨ ਕੋ ਭਾਰ ਸਹਾਰਤ ਨਾਹੀ। ਇਸ ਵਾਸਤੇ ਹੁਣ ਇਹ ਪਾਪਾਂ ਦਾ, ਕਲਯੁਗੀ ਜੀਵਾਂ ਦੇ ਪਾਪਾਂ ਦਾ ਭਾਰ ਤੀਰਥ ਸਹਾਰ ਨਹੀਂ ਸਕਦੇ ਹਨ। ਜਾਂ ਤੇ ਸ੍ਰੀ ਸਤਿਗੁਰੂ ਆਰਾਧਾ। ਇਸ ਵਾਸਤੇ ਸ਼੍ਰੋਮਣੀ ਸਤਿਗੁਰਾਂ ਦੀ ਆਰਾਧਨਾ ਕੀਤੀ ਹੈ ਤੀਰਥਾਂ ਨੇ। ਆਨ ਚਰਨ ਪਾਵੋ ਹੱਥ ਬਾਧਾ। ਇਹ ਮਹਾਰਾਜ ਕਿਰਪਾ ਕਰਕੇ ਸਾਡੇ ਵਿੱਚ ਆਪਣੇ ਚਰਨ ਪਾਵੋ ਤੇ ਸਾਡੀ ਬਾਧਾ ਜਿਹੜੀ ਪੀੜਾ, ਇਸ ਨੂੰ ਦੂਰ ਕਰੋ, ਸਾਡੇ ਦੁੱਖ ਕਸ਼ਟ ਨੂੰ। ਪਾਪ ਨਿਤੇ ਪੀੜਤ ਹਮ ਹੋਏ। ਅਸੀਂ ਮਹਾਰਾਜ ਪਾਪਨ ਤੇ ਬੜੇ ਦੁਖੀ ਹੋਏ ਹੋਏ ਪਾਪਾਂ ਕਰਕੇ। ਕਰ ਕਰ ਦੋਸ ਹਮੋ ਮੋਹ ਧੋਏ। ਇਸ ਪ੍ਰਕਾਰ ਲੋਕੀ ਵੱਡੇ ਵੱਡੇ ਦੋਸ਼ ਕਰਕੇ, ਪਾਪ ਕਰ ਕਰਕੇ ਸਾਡੇ ਵਿੱਚ ਧੋਂਦੇ ਨੇ। ਇਹ ਸਤਿਗੁਰ ਤੁਮਰੇ ਪਗ ਪਾਵਨ। ਇਸ ਵਾਸਤੇ ਸਤਿਗੁਰੂ ਤੁਹਾਡੇ ਜੋ ਪਵਿੱਤਰ ਚਰਨ ਹਨ, ਜਬ ਹਮ ਵਿਖੇ ਕਰੋਗੇ ਪਾਵਨ। ਜਦੋਂ ਸਾਡੇ ਤੀਰਥਾਂ ਵਿੱਚ ਆ ਕੇ ਆਪਣੇ ਚਰਨ ਪਾਉਂਗੇ, ਤਤ ਜਨ ਹਮ ਸਭ ਹੋਏ ਸੁਖਾਰੇ। ਤਾਂ ਅਸੀਂ ਸੌਖੇ ਹੋ ਜਾਵਾਂਗੇ, ਅਸੀਂ ਪਵਿੱਤਰ ਹੋ ਜਾਵਾਂਗੇ। ਤੀਰਥ ਉਦਮ ਸਤਿਗੁਰੂ ਕੀਆ ਸਭ ਲੋਕ ਉਦਾਹਰਣ ਅਰਥਾ। ਮੇਰੇ ਸਤਿਗੁਰਾਂ ਨੇ ਤੀਰਥ ਦੀ ਯਾਤਰਾ ਕਰਨ ਦਾ ਉਦਮ ਕੀਤਾ ਤਾਂ ਕਿ ਦੁਨੀਆ ਦਾ ਉਧਾਰ ਹੋਵੇ। ਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਗੰਗਾ ਸੋ ਜਮਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਸੋ ਕਿਲਮਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਇਹ ਸਾਰੇ ਤੀਰਥ ਕਹਿ ਰਹੇ ਸਨ ਕਿ ਮਹਾਰਾਜ ਸਤਿਗੁਰਾਂ ਦੀ ਧੂੜ ਪਵੇ ਤੇ ਸਾਡੀ ਮੈਲ ਪਾਪਾਂ ਦੀ ਦੂਰ ਹੋ ਜਾਏ। ਆਵ ਤੂਰਨ ਕੂਰ ਕਰਨਾ ਧਾਰੇ। ਇਹ ਮਹਾਰਾਜ ਕਿਰਪਾ ਕਰੋ ਤੇ ਮਿਹਰ ਕਰਕੇ ਛੇਤੀ ਆਣ ਕੇ ਮਿਹਰ ਕਰੋ, ਸਾਡੇ ਚ ਚਰਨ ਪਾਓ ਆਪਣੇ। ਸਭ ਤੀਰਥ ਕੋ ਲਖ ਪ੍ਰਿਆਪ। ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸਾਰੇ ਹੀ ਤੀਰਥਾਂ ਦੀ ਪੁਕਾਰ ਜਦੋਂ ਸੁਣੀ, ਫਰਿਆਦ ਸੁਣੀ ਹੈ, ਭਏ ਤਿਆਰ ਸੰਗਤ ਸੰਗ ਲਾਏ। ਮਹਾਰਾਜ ਸਾਰੀ ਸੰਗਤ ਨੂੰ ਨਾਲ ਲੈ ਕਰਕੇ ਤਿਆਰ ਹੋ ਗਏ ਨੇ ਤੀਰਥਾਂ ਦੇ ਜਾਣ ਵਾਸਤੇ। ਜਹ ਜਹ ਸਿੱਖਨ ਜਿਸ ਜਿਸ ਗ੍ਰਾਮ। ਤੋ ਜਿੱਥੇ ਜਿੱਥੇ ਵੀ ਗੁਰਸਿੱਖਾਂ ਦੇ ਨਗਰ ਸਨ, ਯਾਤਰਾ ਸੁਨੀ ਗੁਰੂ ਸੁਖ ਧਾਮ। ਸੁੱਖਾਂ ਦੇ ਘਰ ਸਤਿਗੁਰੂ ਜੀ ਦੀ
ਸੋ ਤੀਰਥ ਯਾਤਰਾ ਦੀ ਖਬਰ ਸੁਣੀ ਜਦੋਂ, ਤਹ ਤਹ ਤੇ ਹੋਏ ਤਿਆਰ ਚੱਲੇ ਹੈ। ਉਥੋਂ ਸੰਗਤਾਂ ਜਥੇ ਬਣਾ ਕੇ ਤਿਆਰ ਹੋ ਕੇ ਚੱਲੇ ਗੁਰੂ ਸਾਹਿਬ ਦੇ ਨਾਲ। ਆਨ ਸਤਿਗੁਰੂ ਸੰਗ ਮਿਲੇ ਹੈ। ਆਣ ਕਰਕੇ ਸਤਿਗੁਰਾਂ ਨਾਲ ਮਿਲੇ ਹਨ ਕਿ ਤੀਰਥਾਂ ਤੇ ਯਾਤਰਾ ਕਰਾਂਗੇ, ਸਤਿਗੁਰਾਂ ਦੇ ਦਰਸ਼ਨ ਕਰਾਂਗੇ। ਗੁਰ ਗ੍ਰਹਿ ਕੇ ਸੰਬੰਧੀ ਜੇਤੇ, ਗੁਰੂ ਘਰ ਦੇ ਜਿੰਨੇ ਵੀ ਸੰਬੰਧੀ ਸਿੱਖ ਸਨ ਜਾਂ ਮਹਾਰਾਜ ਦੇ ਰਿਸ਼ਤੇਦਾਰ ਸਨ, ਭਏ ਤਿਆਰ ਚੱਲਣੇ ਕਹੋ ਤੇਤੇ। ਸਾਰੇ ਹੀ ਤਿਆਰ ਹੋ ਗਏ ਹਨ ਗੁਰੂ ਨਾਲ ਚੱਲਣ ਵਾਸਤੇ। ਸਤ ਸੰਗਤ ਸਿਮਰਨ ਹਰ ਨਾਮੁ, ਤੋ ਸਤਸੰਗ ਕਰਦੇ ਗੁਰੂ ਦਾ ਨਾਮ ਦਾ ਸਿਮਰਨ ਕਰਦੇ ਹਨ। ਹੋਤ ਕੀਰਤਨ ਧੁਨ ਅਬਰਾਮੂ, ਬੜੀ ਸੁੰਦਰ ਗੁਰੂ ਚਰਨਾਂ ਕੀਰਤਨ ਦੀ ਧੁਨੀ ਹੁੰਦੀ, ਦੀਵਾਨ ਲੱਗਦੇ ਜਾਂਦੇ ਹਨ। ਗੋਇੰਦਵਾਲ ਤਿਆਗ ਕਰ ਚੱਲੇ, ਗੋਇੰਦਵਾਲ ਸਾਹਿਬ ਨੂੰ ਤਿਆਗ ਕੇ ਛੱਡ ਕਰਕੇ ਚੱਲ ਪਏ ਹਨ ਤੀਰਥਾਂ ਵੱਲ ਨੂੰ। ਸਨੇ ਸਨੇ ਮਗ ਮਹਿ ਬਹੁ ਮਿਲੇ, ਹੌਲੀ ਹੌਲੀ ਤੁਰੇ ਜਾਂਦੇ ਨੇ, ਰਸਤੇ ਵਿੱਚੋਂ ਬਹੁਤ ਸੰਗਤ ਮਿਲਦੀ ਜਾਂਦੀ ਹੈ। ਇਕ ਤੋ ਨਿਤ ਗੁਰ ਦਰਸ਼ਨ ਕਰੈ, ਇੱਕ ਤਾਂ ਕਹਿੰਦੇ ਨਿਤ ਪ੍ਰਤੀ ਕਰਾਂਗੇ ਗੁਰੂ ਸਾਹਿਬਾਂ ਦੇ ਦਰਸ਼ਨ ਪ੍ਰੇਮ ਸਹਿਤ। ਕੀਰਤਨ ਸੁਨਹਿ ਅਗਨ ਪਰ ਹਰੈ, ਇਸ ਪ੍ਰਕਾਰ ਮਹਾਰਾਜ ਦਾ ਕੀਰਤਨ ਸੁਣਾਂਗੇ ਤੇ ਮਨ ਸ਼ਾਂਤ ਹੋਣਗੇ ਸਾਡੇ। ਬਹੁਰ ਜੇ ਜਵਾ ਤੁਰਕਨ ਕੇਰਾ, ਫੇਰ ਕਹਿੰਦੇ ਗੁਰੂ ਨਾਲ ਜਾਵਾਂਗੇ ਤੇ ਸਾਨੂੰ ਸੋ ਜਜੀਆ ਨਹੀਂ ਦੇਣਾ ਪਊਗਾ। ਇਹ ਅਸਲ ਵਿੱਚ ਮੇਰੇ ਸਤਿਗੁਰੂ ਦੀ ਯਾਤਰਾ ਇਸੇ ਵਾਸਤੇ ਸੀ। ਇਹ ਲੋਕ ਜਿਹੜੇ ਗੁਰੂ ਪਾਤਸ਼ਾਹ ਉੱਤੇ ਤਾਂ ਤੇ ਇਸ ਤਰੀਕੇ ਦੇ ਨਾਲ ਸ਼ਿਕਾਇਤਾਂ ਕਰਦੇ ਸਨ, ਪਰ ਮੇਰੇ ਸਤਿਗੁਰੂ ਜੀ ਪਰਉਪਕਾਰੀ ਹਨ। ਇਹ ਉਹਨਾਂ ਦੇ ਮੁਸਲਮਾਨਾਂ ਦੇ ਰਾਜ ਵਿੱਚ ਜਿੰਨੇ ਹਿੰਦੂਆਂ ਦੇ ਤੀਰਥ ਸਨ ਨਾ, ਜਦੋਂ ਵੀ ਕਿਸੇ ਨੇ ਇਹਨਾਂ ਤੀਰਥਾਂ ਦੀ ਯਾਤਰਾ ਕਰਨੀ ਹੁੰਦੀ ਸੀ ਤੇ ਇਹਨਾਂ ਨੂੰ ਟੈਕਸ ਭਰਨਾ ਪੈਂਦਾ, ਉਹਨੂੰ ਜਜੀਆ ਕਹਿੰਦੇ ਲਾਇਆ ਹੋਇਆ। ਭਾਵ ਤੀਰਥ ਜਿਹੜੇ ਸਨ ਉਹ ਕੈਦੀ ਕੀਤੇ ਹੋਏ ਸਨ ਕਿ ਜਿਹੜਾ ਭਾਈ ਪੈਸੇ ਦਊਗਾ ਉਹ ਇੱਥੇ ਇਸ਼ਨਾਨ ਕਰ ਸਕਦਾ, ਨਹੀਂ ਤੇ ਕਰ ਨਹੀਂ ਸਕਦਾ, ਦਰਸ਼ਨ ਨਹੀਂ ਸੀ ਕਰ ਸਕਦਾ, ਉਹਨੂੰ ਕਹਿੰਦੇ ਜਜੀਆ। ਤੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਅਕਬਰ ਬਾਦਸ਼ਾਹ ਨੂੰ ਕਹਿ ਕਰਕੇ ਇਹਨੂੰ ਤੁੜਾਇਆ ਸੀ, ਤੀਰਥ ਆਜ਼ਾਦ ਕੀਤੇ ਸਨ ਸਤਿਗੁਰਾਂ ਨੇ। ਉਲੰਘ ਹੈ ਤਿਸ ਕੋ ਇਹ ਸੁਖ ਹੇਰਾ, ਇਸ ਪ੍ਰਕਾਰ ਲੰਘਦੇ ਹਨ ਨਦੀਆਂ ਨੂੰ ਸੁਖ ਦੇ ਸਹਿਤ ਤੱਕਦੀਆਂ ਸੰਗਤਾਂ। ਜਾਂ ਤੇ ਮਿਲਹਿ ਸੰਗ ਵੱਡ ਭਾਗੇ, ਵੱਡੇ ਭਾਗਾਂ ਵਾਲੇ ਇਸ ਪਰ ਸੁਖ ਜਾਣ ਕੇ ਨਾਲੇ ਤੀਰਥਾਂ ਦੇ ਦਰਸ਼ਨ ਹੋਣਗੇ ਤੇ ਖਰਚਾ ਕਰਨਾ ਨਹੀਂ ਪੈਣਾ ਤੇ ਗੁਰੂ ਦੇ ਦਰਸ਼ਨ ਹੋਣਗੇ, ਦੋਹਰਾ ਲਾਭ ਹੋਊਗਾ। ਚੱਲੇ ਜਾਤ ਰਸ ਪ੍ਰੇਮ ਸੁਭਾਗੇ, ਪ੍ਰੇਮ ਰਸ ਵਿੱਚ ਰੰਗੇ ਹੋਏ ਕਹਿੰਦੇ ਤੁਰੇ ਜਾਂਦੇ ਹਨ। ਉਲੰਘ ਵਿਪਾਸਾ ਸਲਤਾ ਸਾਰੇ, ਤੋ ਇਸ ਪ੍ਰਕਾਰ ਬਿਆਸਾ ਨਦੀ ਨੂੰ ਜਦੋਂ ਲੰਘ ਲਿਆ ਸਾਰਿਆਂ ਨੇ, ਦੇਸ ਦੁਆਬੇ ਬੀਚ ਪਧਾਰੇ, ਤੇ ਦੁਆਬੇ ਦੇਸ਼ ਵਿੱਚ ਪ੍ਰਵੇਸ਼ ਕੀਤਾ ਹੈ। ਸਨੇ ਸਨੇ ਕਰ ਤਿਆਗਿਓ ਸਾਰੋ, ਤੋ ਹੌਲੀ ਹੌਲੀ ਕਹਿੰਦੇ ਰਸਤਾ ਤਿਆਗਿਆ ਹੈ। ਸਤ ਦਰਵ ਕੋਪਨ ਆਏ ਨਿਹਾਰੋ, ਫਿਰ ਸਤੰਦਰਵ ਜਿਹੜਾ ਇਸ ਪ੍ਰਕਾਰ ਸਤਲੁਜ ਹੈ ਉਸ ਨਦੀ ਨੂੰ ਆਣ ਕੇ ਤੱਕਿਆ। ਬਹੁ ਗੰਭੀਰ ਨੀਰਜ ਸਮਾਹੀ, ਬੜਾ ਡੂੰਘਾ ਜਲ ਹੈ ਜਿਹਦੇ ਵਿੱਚ ਸਭ ਸੰਗਤ ਮੱਜਨ ਕਰ ਤਾਹੀ, ਸਾਰੀ ਸੰਗਤ ਨੇ ਉੱਥੇ ਇਸ਼ਨਾਨ ਕੀਤਾ ਹੈ। ਚੜ ਕਰ ਤਰੀ ਭਏ ਪੁਨ ਪਾਰੀ, ਫਿਰ ਬੇੜੀਆਂ ਤੇ ਚੜ ਕਰਕੇ ਪਾਰ ਕੀਤਾ ਹੈ ਇਸ ਨਦੀ ਨੂੰ। ਗਮਨੇ ਸਤਿਗੁਰ ਬਹੁਰ ਅਗਾਰੀ, ਫਿਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਚੱਲ ਪਏ ਹਨ। ਕਬ ਬੜਵਾ ਪਰ ਕਰਹਿ ਪਿਆਨ, ਕਦੇ ਤੇ ਮਹਾਰਾਜ ਆਪਣੀ ਘੋੜੀ ਤੇ ਸਵਾਰ ਹੋ ਕੇ ਚੱਲਦੇ ਆ, ਕਬ ਗੁਰ ਗਮਨੇ ਚੜ ਚੰਪਾਨ, ਤਾਂ ਮੇਰੇ ਸਾਧੂ ਕਦੇ ਕਦੇ ਆਪਣੇ ਸਿਵਕਾਂ ਦੇ ਉੱਤੇ ਚੜ ਜਾਂਦੇ ਹਨ, ਖਾਸੇ ਦੇ ਉੱਪਰ ਜੋ ਸੋ ਗੁਰਸਿੱਖ ਮੋਢਿਆਂ ਤੇ ਚੱਕ ਲੈ ਜਾਂਦੇ ਸਨ। ਸਮਸ ਸਵੇਤ ਬਹੁ ਬ੍ਰਿਧ ਸਰੀਰ, ਬਿਰਧ ਸਰੀਰ ਹੈ, ਦਾੜਾ ਗੁਰੂ ਦਾ ਚਿੱਟਾ ਹੈ, ਅਤ ਸਹਿ ਸੇਤ ਧਰੇ ਬਰ ਚੀਰ, ਤੇ ਬਹੁਤ ਚਿੱਟੇ ਬਸਤਰ ਮੇਰੇ ਹਜੂਰ ਨੇ ਸੁੰਦਰ ਪਾਏ ਹੋਏ ਹਨ। ਸੋ ਜਸ ਸਵੇਤ ਬਿਸਤਰ ਹੈ ਵਿਸਾਲਾ, ਇਹੋ ਮੇਰੇ ਸਤਿਗੁਰੂ ਜੀ ਦਾ ਚਿੱਟਾ ਉਜਲ ਜਸ ਸਾਰੇ ਹੀ ਫੈਲ ਰਿਹਾ ਜਿੱਥੋਂ ਦੀ ਜਾਂਦੇ ਹਨ। ਤਥਾ ਸਵੇਤ ਮਨ ਹੈ ਸਭ ਕਾਲਾ, ਉਸ ਵੇਲੇ ਕਹਿੰਦੇ ਨੇ ਦਰਸ਼ਨ ਕਰਕੇ ਸਭ ਦੇ ਮਨ ਜਿਹੜੇ ਸਵੇਤ ਚਿੱਟੇ ਸ਼ੁੱਧ ਹੋ ਜਾਂਦੇ ਹਨ। ਹਾਥ ਲਸਟਕਾ ਬਾਰ ਕਦ ਛੋਟਾ, ਮੇਰੇ ਸਤਿਗੁਰੂ ਪਾਤਸ਼ਾਹ ਦੇ ਹੱਥ ਵਿੱਚ ਸੋਟਾ ਫੜਿਆ ਹੈ ਤੇ ਕਦ ਮਹਾਰਾਜ ਦਾ ਛੋਟਾ ਹੀ ਹੈ। ਮਨੋ ਭਏ 52 ਕੇ ਜੋਟਾ, ਮਾਨੋ ਕਿ 52 ਦੇ ਸਮਾਨ ਹੋਏ ਨੇ, ਜਿਵੇਂ 52 ਅਵਤਾਰ ਧਾਰਨ ਕੀਤਾ ਸੀ। ਇੱਕ ਅੰਗ ਜਿਹੜਾ ਹੈ ਉਹ ਪ੍ਰਮਾਣ ਹੈ। ਧਾਰਤ ਸਖਤ ਮਹਿਦ ਮਹੀਆਨ, ਤੇ ਵੱਡਿਆਂ ਤੋਂ ਵੱਡੀ ਸ਼ਕਤੀ ਮੇਰੇ ਸਤਿਗੁਰੂ ਜੀ ਧਾਰਨ ਕਰ ਰਹੇ ਹਨ। ਗਮਨੇ ਮੰਦ ਮੰਦ ਸਭ ਥਾਨ, ਹੌਲੀ ਹੌਲੀ ਮਹਾਰਾਜ ਨਿਰਭੈ ਨਿਡਰ ਹੋ ਕਰਕੇ ਵਿਚਰਦੇ ਹਨ। ਪਹੁੰਚੇ ਆਨ ਪਹੋਏ ਥਾਨ, ਜੋ ਪਹਿਵਾ ਸਥਾਨ ਹੈ ਉੱਥੇ ਮੇਰੇ ਸਤਿਗੁਰੂ ਜੀ ਪਹੁੰਚੇ ਨੇ। ਜਹਾਂ ਸਰਸਤੀ ਪੁੰਨ ਮਹਾਨ, ਜਿੱਥੇ ਸਰਸਤੀ ਨਦੀ ਜਿਹੜੀ ਹੈ ਨਾ ਇਸ ਪ੍ਰਕਾਰ ਕਹਿੰਦੇ ਪ੍ਰਗਟ ਹੈ ਤੇ ਬੜਾ ਭਾਰੀ ਪੁੰਨ ਹੈ ਉੱਥੇ ਤੀਰਥ ਕਰਨ ਦਾ। ਨਾਨਾ ਘਾਟ ਰਿਖਨ ਤਪ ਤਪੇ, ਉੱਥੇ ਜਿਹੜੀ ਇਹ ਨਦੀ ਹੈ ਇਸ ਦੇ ਬਹੁਤੇ ਘਾਟ ਹਨ
ਜਿਸ ਤੇ ਤਪਸਵੀ ਲੋਕਾਂ ਨੇ ਬੜਾ ਭਾਰੀ ਤਪ ਕੀਤਾ ਸੀ। ਬਰਖ ਹਜ਼ਾਰੋਂ ਜਾਪਨ ਜਪੇ, ਤੇ ਹਜ਼ਾਰਾਂ ਸਾਲਾਂ ਤੱਕ ਇੱਥੇ ਬੈਠ ਕਰਕੇ ਜਾਪ ਕੀਤਾ ਹੈ ਰਿਸ਼ੀਆਂ ਮੁਨੀਆਂ ਨੇ। ਬ੍ਰਹਮ ਲੋਕ ਕੋ ਪ੍ਰਾਪਤ ਹੋਏ, ਤੇ ਉਹ ਲੋਕ ਤਪਸਵੀ ਜਿਹੜੇ ਸਨ ਬ੍ਰਹਮ ਲੋਕ ਨੂੰ ਬੈਕੁੰਠ ਨੂੰ ਪ੍ਰਾਪਤ ਹੋਏ। ਜਨਮ ਮਰਨ ਕੇ ਸੰਕਟ ਖੋਏ, ਜਨਮ ਮਰਨ ਦੇ ਜਿਹੜੇ ਦੁੱਖ ਸਨ ਉਹਨਾਂ ਨਿਵਰਤ ਕੀਤੇ ਹਨ ਤਪ ਕਰਕੇ ਇੱਥੇ। ਤਾਹ ਸਤਿਗੁਰੂ ਕੀਨਸ ਡੇਰਾ, ਮੇਰੇ ਸਤਿਗੁਰੂ ਜੀ ਪਹਿੇਵੇ ਜਾ ਕਰਕੇ ਆਪਣਾ ਡੇਰਾ ਕੀਤਾ ਹੈ। ਸੰਗ ਸੰਗਤਾਂ ਮੇਲ ਕਨੇਰਾ, ਸੰਗਤਾਂ ਦੇ ਨਾਲ ਬੜਾ ਭਾਰੀ ਮੇਲ ਹੋਇਆ ਹੈ। ਬਹੁ ਘਾਟਨ ਪਿਖ ਸਾਰਸਤੀ ਕੇ, ਸਰਸਤੀ ਦੇ ਜਿਹੜੇ ਬਹੁਤ ਸਾਰੇ ਘਾਟ ਤੱਕੇ ਹਨ ਤਾਂ ਸਿੱਖ ਕਰ ਜੋਰ ਪ੍ਰਸਨ ਕੀਏ ਨੀਕੇ, ਬੜੇ ਸੁੰਦਰ ਪ੍ਰਸ਼ਨ ਕਰਕੇ ਗੁਰੂ ਸਾਹਿਬ ਨੂੰ ਪੁੱਛਦੇ ਹਨ। ਸਲਤਾ ਸਰਸਤੀ ਇੱਕ ਪਾਵਨ, ਤੋ ਇਹ ਜਿਹੜੀ ਸਰਸਤੀ ਨਦੀ ਬੜੀ ਪਵਿੱਤਰ ਮੰਨੀ ਹੈ ਜੀ। ਕਹੈ ਮਹਾਤਮ ਇਸ ਬਹੁ ਥਾਵਨ, ਬੜਾ ਭਾਰੀ ਮਹਾਤਮ ਇਸ ਦਾ ਜਿਹੜਾ ਮੰਨਿਆ ਗਿਆ ਹੈ। ਉਹ ਕਾਰਨ ਇਹ ਗੁਰੂ ਬਖਾਨੋ, ਮਹਾਰਾਜ ਦਾ ਕਾਰਨ ਕੀ ਆ ਵੀ ਇਹਨੂੰ ਵੱਡਾ ਤੀਰਥ ਮੰਨਿਆ ਪਹਿਵਾ ਜਿਹੜਾ ਹੈ ਤੇ ਬਹੁਤ ਇੱਥੇ ਜਿਹੜੀ ਭਾਵਨਾ ਕੀਤੀ ਜਾਂਦੀ ਹੈ। ਕਾਰਨ ਦੱਸੋ ਜੀ। ਭੂਤ ਭਵਿਖ ਗਤੀ ਤੁਮ ਜਾਨੋ, ਤੁਸੀਂ ਮਹਾਰਾਜ ਪਿਛਲੇ ਸਮੇਂ ਦੀ ਅਗਲੇ ਆਉਣ ਵਾਲੇ ਸਮੇਂ ਦੀ ਸਭ ਹਾਲਤ ਨੂੰ ਜਾਣਦੇ ਸਮਝਦੇ ਹੋ। ਸਭ ਸੰਗਤ ਕੈ ਇਹੋ ਸੰਦੇਹੋ, ਤੇ ਸਾਰੀ ਸੰਗਤ ਦੇ ਮਨ ਵਿੱਚ ਇਹੋ ਹੀ ਸ਼ੰਕਾ ਹੈ ਮਹਾਰਾਜ ਵੀ ਇੱਥੇ ਮਹਾਤਮ ਕਿਹੜੀ ਗੱਲ ਦਾ ਹੈ ਦੱਸੋ। ਕਿਰਪਾ ਕਰੋ ਉਚਰੋ ਸੁਖ ਦੇਹੋ, ਇਸ ਵਾਸਤੇ ਕਿਰਪਾ ਕਰਕੇ ਉਚਾਰਨ ਕਰਕੇ ਸਭ ਨੂੰ ਸੁਖ ਬਖਸ਼ਿਸ਼ ਕਰੋ। ਸਿੱਖਨ ਤੇ ਸੁਨ ਕੇ ਗੁਰ ਕਹਿਓ, ਸਿੱਖਾਂ ਤੋਂ ਸੁਣ ਕੇ ਮੇਰੇ ਸਤਿਗੁਰਾਂ ਨੇ ਬਚਨ ਕੀਤਾ। ਇਹੋ ਸਥਾਨ ਪਾਵਨ ਅਤ ਲਹਿਓ, ਭਾਈ ਇਹ ਸਥਾਨ ਜਿਹੜਾ ਭਾਈ ਅਤਿਅੰਤ ਹੀ ਪਵਿੱਤਰ ਜਾਣਿਆ ਜਾਂਦਾ ਹੈ। ਪ੍ਰਥਮ ਜੁਗਨ ਸਮਰੱਥ ਸਭ ਜੀਵ, ਉਹ ਕਹਿੰਦੇ ਨੇ ਭਾਈ ਪਹਿਲੇ ਯੁੱਗਾਂ ਵਿੱਚ ਜਿਹੜੇ ਜੀਵ ਹੁੰਦੇ ਸੀ ਬੜੇ ਸਮਰੱਥ ਸ਼ਕਤੀਮਾਨ ਹੁੰਦੇ ਸੀ। ਤਨ ਪਰ ਸੰਕਟ ਸਹਿਬੋ ਕੀਵ, ਉਹ ਆਪਣੇ ਸਰੀਰ ਤੇ ਬੜਾ ਕਸ਼ਟ ਸਹਾਰਦੇ ਤਪ ਕਰਿਆ ਕਰਦੇ ਸਨ। ਵਿਸ਼ਵਾਮਿਤਰ ਆਦ ਰਿਖ ਘਨੇ, ਜੋ ਵਿਸ਼ਵਾਮਿਤਰ ਵਰਗੇ ਮਹਾਨ ਰਿਸ਼ੀ ਹੋਏ ਨੇ ਪਿਛਲੇ ਸਮਿਆਂ 'ਚ, ਕੀਨਸ ਤਪ ਕਸ਼ ਕੁਸ਼ ਜਾਹੇ ਨਾ ਗਨੇ, ਉਹਨਾਂ ਨੇ ਕੁਛ ਤਪ ਕੀਤਾ ਜੋ ਗਿਣਤੀ ਨੇ ਵੀ ਕਿੰਨਾ ਕੁ ਸਮਾਂ ਤਪ ਸਾਧਿਆ ਉਹਨਾਂ ਲੋਕਾਂ ਨੇ। ਇੱਕ ਸਮੇਂ ਦੱਖਣ ਕੇ ਮੁਨ ਗਨ, ਇੱਕ ਸਮੇਂ ਕਹਿੰਦੇ ਦੱਖਣ ਦੇ ਇਲਾਕੇ ਦੇ ਜਿੰਨੇ ਮੁਨੀ ਲੋਕ ਸਨ ਨਾ ਤਪਸਵੀ, ਆਏ ਤਪ ਸਾਧਨ ਬਾਸਤ ਮਨ, ਤੋ ਮਨ ਵਿੱਚ ਤਪੱਸਿਆ ਸਾਧਨ ਦੀ ਇੱਛਾ ਕਰਕੇ ਆਏ ਸਨ ਇੱਥੇ। 48 ਕੋਸ ਵਿੱਚ ਫਿਰੇ, ਜਦੋਂ 48 ਕੋਹਾਂ ਦੇ ਵਿੱਚ ਉਹਨਾਂ ਨੇ ਫਿਰ ਕੇ ਦੇਖਿਆ ਵੀ ਕਿੱਥੇ ਤਪ ਸਾਧੀਏ। ਬੈਠ ਬਥਾਨ ਕਹੂੰ ਨਾ ਨਿਹਰੇ, ਦੇਖਿਆ ਵੀ ਸਾਨੂੰ ਬੈਠਣ ਨੂੰ ਕਿਤੇ ਥਾਂ ਨਹੀਂ ਹੈ। ਇਉਂ ਜਾਣ ਕਰਕੇ ਉਹਨਾਂ ਰਿਸ਼ੀਆਂ ਮੁਨੀਆਂ ਨੇ ਤਪਸੀ ਗਨ ਕੀ ਭੀਰ ਵਿਸਾਲਾ, ਉਹਨੇ ਬਹੁਤ ਸਾਰੀ ਤਪੱਸਿਆ ਦੀ ਭੀੜ ਸੀ। ਜਹ ਕਹਿ ਕਰਤ ਘਾਲ ਨਾ ਘਾਲਾ, ਜਿੱਥੇ ਕਿੱਥੇ ਘਾਲ ਤਪੱਸਿਆ ਕਰਦੇ ਸਨ ਕਮਾਈ ਕਰਦੇ ਸਨ ਇਹ। ਜਬ ਸਥਾਨ ਕਿਤਹੂ ਨਹਿ ਪਾਇਓ, ਜਦੋਂ ਕਿਤੇ ਵੀ ਇਹਨਾਂ ਨੂੰ ਤਪੱਸਿਆ ਕਰਨ ਵਾਸਤੇ ਜਗ੍ਹਾ ਨਾ ਮਿਲੀ ਤਾਂ ਸਰਸਵਤੀ ਕੋ ਤਬਹੁ ਧਿਆਇਓ, ਤਦੋਂ ਸਰਸਤੀ ਨੂੰ ਧਿਆਇਆ। ਅਸਲ ਵਿੱਚ ਨਦੀ ਦਾ ਨਾਮ ਸਰਸਤੀ ਹੈ ਤੇ ਸਰਸਤੀ ਜਿਹੜੀ ਇਸ ਪ੍ਰਕਾਰ ਜਿਹਨੂੰ ਸ਼ਾਰਦਾ ਕਿਹਾ ਜਾਂਦਾ, ਬਾਣੀ ਜੋ ਮੁਖ ਤੋਂ ਆਪਾਂ ਬੋਲਦੇ ਆ, ਇਹਦਾ ਨਾਮ ਸਰਸਤੀ ਹੈ, ਬਾਣੀ ਦਾ ਨਾਮ ਹੈ। ਤੋ ਇਹ ਨਦੀ ਦਾ ਵੀ ਨਾਮ ਸਰਸਤੀ ਇਸ ਤਰੀਕੇ ਨਾਲ ਰੱਖਿਆ ਹੋਇਆ ਹੈ। ਤੋ ਇਸ ਤਰੀਕੇ ਦੇ ਨਾਲ ਕਹਿੰਦੇ ਇਹਨਾਂ ਸਰਸਤੀ ਦੀ ਆਰਾਧਨਾ ਕੀਤੀ ਹੈ। ਕਹਿਓ ਬਿਦਤ ਹੋਏ ਮਨ ਗਨ ਸੰਗਾ, ਤੇ ਇਸ ਪ੍ਰਕਾਰ ਸੋ ਪ੍ਰਗਟ ਹੋ ਕਰਕੇ ਇਉਂ ਮੁਨੀਆਂ ਦੇ ਨਾਲ ਬਚਨ ਕੀਤਾ। ਕਿਆ ਬਾਸ ਤੁਮ ਕਹੋ ਨਿਸੰਗਾ, ਜਦੋਂ ਕਹਿੰਦੇ ਸਰਸਤੀ ਦੀ ਆਰਾਧਨਾ ਕੀਤੀ ਤੇ ਉਹ ਪ੍ਰਗਟ ਹੋਈ। ਉਸ ਨੇ ਕਿਹਾ ਵੀ ਦੱਸੋ ਕੀ ਚਾਹੁੰਦੇ ਹੋ ਤੁਸੀਂ, ਨਿਸੰਗ ਹੋ ਕੇ ਦੱਸੋ। ਤਿਨਹੁ ਜਾਚਨਾ ਕੀਨ ਸੁਜਾਨ, ਉਹਨਾਂ ਨੇ ਇਸ ਪ੍ਰਕਾਰ ਸਿਆਣੇ ਸਨ ਇਹ ਮੰਗ ਕੀਤੀ ਹੈ। ਹੇ ਦੇਵੀ ਦੇਹ ਬੈਠਨ ਥਾਨ, ਹੇ ਸਰਸਤੀ ਦੇਵੀ ਸਾਨੂੰ ਇਸ ਪ੍ਰਕਾਰ ਬੈਠਣ ਵਾਸਤੇ ਜਗ੍ਹਾ ਚਾਹੀਦੀ ਤਪ ਕਰਨ ਵਾਸਤੇ। ਤਬ ਇਹ ਸਲਤਾ ਮੁਨ ਗਨ ਹੇਤ, ਤੋ ਕਹਿੰਦੇ ਨੇ ਇਹ ਰਿਸ਼ੀਆਂ ਮੁਨੀਆਂ ਵਾਸਤੇ ਇਹ ਜਿਹੜੀ ਨਦੀ ਹੈ ਉਸ ਵੇਲੇ ਹਟੀ ਕੋਸ ਦੋਇ ਬੇਗ ਸਮੇਤ, ਆਪਣਾ ਜਿਹੜਾ ਵੇਗ ਸੀ ਇਸ ਦਾ ਪ੍ਰਵਾਹ ਸੀ ਨਾ, 2 ਕੋਹ ਪਾਸੇ ਹਟ ਗਈ ਸੀ। ਉਹ ਜਗ੍ਹਾ ਤਪੱਸਿਆ ਕਰਨ ਵਾਲਿਆਂ ਨੂੰ ਦੇ ਦਿੱਤੀ ਸੀ। ਤਿਨ ਬੈਠਣ ਕੋ ਦੀਨ ਸਥਲ ਮੈਂ ਥਲ ਹੈ, ਉਹਨਾਂ ਨੂੰ ਬਹਿਣ ਵਾਸਤੇ ਜਗ੍ਹਾ ਦੇ ਦਿੱਤੀ। ਇਉਂ ਸਮਝਿਆ ਜਾਂਦਾ ਹੈ ਕਿ ਸਰਸਤੀ ਪਿੱਛੋਂ ਆਉਂਦੀ ਆ ਤੇ ਉੱਥੇ ਗੁਪਤ ਹੋ ਜਾਂਦੀ ਹੈ ਤੇ 2 ਕੋਹਾਂ ਅੱਗੇ ਜਾ ਕਰਕੇ ਫਿਰ ਪ੍ਰਗਟ ਹੁੰਦੀ ਹੈ। ਉਹ ਜਿਹੜੀ ਜਗ੍ਹਾ ਜਿੱਥੋਂ ਗੁਪਤ ਹੋਈ ਮੰਨੀ ਜਾਂਦੀ ਹੈ, ਉਹ ਕਹਿੰਦੇ ਨੇ ਇਸ ਪ੍ਰਕਾਰ ਰਿਸ਼ੀਆਂ ਮੁਨੀਆਂ ਨੂੰ ਤਪ ਸਾਧਨ ਵਾਸਤੇ ਜਗ੍ਹਾ ਸਰਸਤੀ ਨੇ ਛੱਡ ਦਿੱਤੀ ਸੀ। ਬਸੇ ਮੁਨੀ ਤਪ ਕੀਨਸ ਭਲ ਹੈ, ਤਾਂ ਭਲੀ ਪ੍ਰਕਾਰ ਇੱਥੇ ਵਾਸਾ ਕਰਕੇ
ਉਹਨਾਂ ਮੁਨੀ ਲੋਕਾਂ ਨੇ ਭਾਰੀ ਤਪ ਸਾਧਿਆ ਪਿਛਲੇ ਸਮੇਂ 'ਚ। ਜਸ ਤਪ ਤਪਿਓ ਘਾਲ ਬਹੁ ਘਾਲ, ਜਿਹੋ ਜੀ ਉਸ ਨੇ ਤਪੱਸਿਆ ਕੀਤੀ, ਬੜੀ ਘਾਰੀ ਉਹਨਾਂ ਨੇ ਭਾਰੀ ਘਾਲ ਘਾਲੀ। ਜਿਸ ਤਰ੍ਹਾਂ ਕੋ ਗਨ ਨਾ ਕਰ ਸਕਹਿ ਵਿਸਾਲ, ਕਿਹੜਾ ਹੈ ਜਿਹੜਾ ਐਸੀ ਭਾਰੀ ਉਹਨਾਂ ਦੀ ਤਪੱਸਿਆ ਦੀ ਗਿਣਤੀ ਕਰਕੇ ਸੁਣਾਵੇ। ਸਭ ਕੀ ਕਥਾ ਕਹਾਂ ਲੱਗ ਕਹਿ, ਕਹਿੰਦੇ ਸਾਰਿਆਂ ਦੀ ਕਥਾ ਤੇ ਕਿੱਥੋਂ ਕੁ ਤੱਕ ਤੁਹਾਨੂੰ ਸੁਣਾਵਾਂਗੇ। ਸੁਨੀਐ ਇੱਕ ਮੁਨ ਕੀ ਜਿਮ ਅਹੈ, ਇੱਕ ਮੁਨੀ ਦੀ ਤੁਹਾਨੂੰ ਕਥਾ ਕਹਿੰਦੇ ਸੁਣਾਉਣੇ ਜਿਵੇਂ ਹੈ। ਕਹਿੰਦੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਹੋ ਜਿਹੇ ਤਪਸਵੀ ਲੋਕ ਸਨ ਤੇ ਇੱਥੇ ਕਿਉਂ ਐਸਾ ਜਸ ਹੁੰਦਾ ਹੈ। ਤੋਂ ਪਹਿਲੇ ਯੁੱਗਾਂ ਦੇ ਪ੍ਰਸੰਗ ਜਿਵੇਂ ਪੁਰਾਣਾ ਆਦਿਕ ਵਿੱਚ ਹਨ, ਕਵੀ ਜੀ ਜਾਣੂ ਨੇ ਉਹਨਾਂ ਦੇ ਇਸ ਤਰੀਕੇ ਦੇ ਨਾਲ ਜ਼ਿਕਰ ਕਰਕੇ ਸੋ ਮਹਾਤਮ ਸੁਣਾ ਰਹੇ ਹਨ। ਸਤਿਗੁਰੂ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ। ਸਤਿਗੁਰਾਂ ਦੇ ਉਪਦੇਸ਼ ਸਾਡੇ ਹਿਰਦੇ ਵਿੱਚ ਧਾਰਨ ਹੋਵਣ, ਧਾਰ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਵਿਆਪੇ ਮੇਲੇ ਦੀਆਂ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਂ ਸੜੀਆਂ, ਜੋ ਹੋਵੇ ਸਾਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਸਭ ਕੀ ਕਥਾ ਕਹਾਂ ਲੱਗ ਕਹਿ, ਸੁਨੀਐ ਇੱਕ ਮੁਨ ਕੀ ਜਿਮ ਅਹੈ, ਅਹੈ ਪਹੋਏ ਤੇ ਤ੍ਰੈ ਕੋਸ, ਇਕ ਮਕਨ ਮੁਨ ਹੁਤੋ ਅਦੋਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।